फ्रेंड्स वेलकम टू माय यूट्यूब चैनल स्टडी फॉर एलवर्स। मैं हाँ रूबी। जिमें कि ਤੁਹਾਨੂੰ पता ही है इस चैनल ਤੇ मास्टर कैडर ਕੈਮਿਸਟਰੀ ਦੀ मैं तैयारी करवा रही ਹਾਂ ਤੁਹਾਨੂੰ ਤੇ ਆਪਣਾ ਜੋ ਹੈ ਆਰਗੈਨਿਕ ਕੰਪਾਊਂਡਸ ਜੋ ਚੱਲ ਰਿਹਾ ਸੀ ਕੰਟੇਨਿੰਗ ਹੈਲੋਜਨਸ ਦਾ ਪਾਰਟ 1 ਕੰਪਲੀਟ ਹੋ ਚੁੱਕਿਆ ਤੇ ਇਹ ਉਸ ਦਾ ਪਾਰਟ ਨੰਬਰ 2 ਹੈ ਤੇ ਜੋ ਕਿ ਬਹੁਤ ਇੰਪੋਰਟੈਂਟ ਹੈ। ਇਹਦੇ ਵਿੱਚੋਂ ਜੋ ਹੈ ਕੁਐਸਚਨ ਬਣਿਆ ਹੋਇਆ ਜਿੱਦਾਂ ਕਿ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਸਕਰੀਨ ਤੇ। ਇਹ ਕੁਐਸਚਨ 2017 ਦੇ ਵਿੱਚ ਆਇਆ ਸੀਗਾ ਤੁਹਾਡਾ SN2 ਮੈਕੈਨਿਜ਼ਮ ਦੇ ਰਿਲੇਟਡ, ਬਟ ਅਜੇ ਪਾਰਟ 1 ਦੇ ਵਿੱਚ ਇਹ ਵਾਲਾ ਟੌਪਿਕ ਕੰਪਲੀਟ ਨਹੀਂ ਸੀ ਹੋਇਆ। ਸੋ ਅੱਜ ਆਪਣਾ ਇਹੀ ਟੌਪਿਕ ਰਹੂਗਾ ਤੇ ਉਸ ਤੋਂ ਬਾਅਦ ਵਿੱਚ ਆਪਾਂ ਇਸ ਨੂੰ ਜੋ ਹੈ ਕੁਐਸਚਨ ਨੂੰ ਸੋਲਵ ਕਰਕੇ ਦੇਖਾਂਗੇ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਸੋ ਦੈਟ ਤੁਹਾਨੂੰ ਨੋਟੀਫਿਕੇਸ਼ਨ ਜਿਹੜੀ ਹੈਗੀ ਮਿਲ ਜਾਵੇ ਜਦੋਂ ਵੀ ਵੀਡੀਓ ਅਪਲੋਡ ਹੋਵੇਗੀ। ਤਾਂ ਅੱਜ ਆਪਾਂ ਇਹੀ ਟੌਪਿਕ ਪੜ੍ਹਨਾ ਹੈ। ਆਪਣਾ ਪਾਰਟ 2 ਦੇ ਵਿੱਚ ਜਿਹੜਾ ਟੌਪਿਕ ਰਹੇਗਾ ਕੁਛ ਤਾਂ ਰਹੇਗਾ ਫਿਜ਼ੀਕਲ ਪ੍ਰੋਪਰਟੀਜ਼ ਅਤੇ ਪਲੱਸ ਕੈਮੀਕਲ ਪ੍ਰੋਪਰਟੀਜ਼ ਜੋ ਰਹਿਣਗੀਆਂ ਆਫ ਹੈਲੋ ਅਲਕੇਨਸ ਓਨਲੀ। ਉਹਦੇ ਵਿੱਚ ਵੀ ਜਿਹੜਾ ਫਸਟ ਪਾਰਟ ਹੈ ਨਿਊਕਲੀਓਫਿਲਿਕ ਉਹ ਰਹਿਣਗੀਆਂ। ਠੀਕ ਹੈ ਜੀ। ਚਲੋ ਜੀ ਸਟਾਰਟ ਕਰਦੇ ਹਾਂ। ਇਹ ਕੁਐਸਚਨ ਆਪਾਂ ਲਾਸਟ ਤੇ ਦੁਬਾਰਾ ਇਸ ਸਕਰੀਨ ਤੇ ਆ ਕੇ ਇਹਨੂੰ ਸੋਲਵ ਕਰਕੇ ਦੇਖਾਂਗੇ ਕਿ ਸਾਡੇ ਤੋਂ ਹੁਣ ਇਹ ਸੋਲਵ ਹੋ ਰਿਹਾ ਜਾਂ ਨਹੀਂ ਹੋ ਰਿਹਾ। ਫਿਲਹਾਲ ਇਹਨੂੰ ਅਸੀਂ ਸਕਿਪ ਕਰਾਂਗੇ, ਨੈਕਸਟ ਚੱਲਾਂਗੇ। ਕੁਝ ਕੁਐਸਚਨਸ ਹੋਣਗੇ ਜੋ ਅੱਜ ਦੇ ਟੌਪਿਕ ਦੇ ਨਾਲ ਰਿਲੇਟਡ ਰਹਿਣਗੇ। ਇਹ ਉਹ ਕੁਐਸਚਨਸ ਨੇ, ਇਹ ਵੀ ਅਸੀਂ ਲਾਸਟ ਤੇ ਟਰਾਈ ਕਰਾਂਗੇ। ਪਹਿਲਾਂ ਅਸੀਂ ਥਿਊਰੀ ਪਾਰਟ ਕਰਾਂਗੇ, ਫਿਰ ਇਹ ਪ੍ਰੈਕਟਿਸ ਲਈ ਇਹਨਾਂ ਨੂੰ ਬਾਅਦ ਵਿੱਚ ਟਰਾਈ ਕਰਾਂਗੇ। ਠੀਕ ਹੈ ਜੀ। ਸੋ ਲਾਸਟ ਤੱਕ ਵੀਡੀਓ ਨੂੰ ਜ਼ਰੂਰ ਦੇਖੋ ਸੋ ਦੈਟ ਤੁਹਾਨੂੰ ਸਾਰੇ ਕੰਸੈਪਟ ਜਿਹੜੇ ਨੇ ਉਹ ਕਲੀਅਰ ਹੋਣ ਅਤੇ ਤੁਸੀਂ ਇਹ ਕੁਐਸਚਨਸ ਨੂੰ ਸੋਲਵ ਕਰ ਸਕੋ। ਇਹ ਕੁਐਸਚਨਸ ਬਹੁਤ ਇੰਪੋਰਟੈਂਟ ਬਣ ਜਾਂਦੇ ਨੇ ਕਿਉਂਕਿ 2017 ਦੇ ਵਿੱਚ ਇਹਨਾਂ ਦੇ ਰਿਲੇਟਡ ਕੁਐਸਚਨ ਜਿਹੜੇ ਨੇ ਉਹ ਆਏ ਹੋਏ ਨੇ। ਠੀਕ ਹੈ ਜੀ। ਇਸ ਕਰਕੇ ਅੱਜ ਦਾ ਟੌਪਿਕ ਜਿਹੜਾ ਸਕਿਪ ਨਹੀਂ ਕਰ ਸਕਦੇ ਤੁਸੀਂ। ਮੋਸਟ ਇੰਪੋਰਟੈਂਟ ਟੌਪਿਕ ਜਿਹੜਾ ਹੈਗਾ ਪਾਰਟ 2 ਚੱਲ ਰਿਹਾ। ਸੋ ਦੇਖੋ ਜੀ ਆਪਣੇ ਕੋਲ ਹੈਗੀਆਂ ਨੇ ਫਿਜ਼ੀਕਲ ਪ੍ਰੋਪਰਟੀਜ਼ ਆਫ ਹੈਲੋ ਅਲਕੇਨਸ। ਸਭ ਤੋਂ ਪਹਿਲੀ ਪ੍ਰੋਪਰਟੀ ਹੈ ਕਿ ਹੈਲੋ ਅਲਕੇਨਸ ਜਿਹੜੇ ਹੁੰਦੇ ਨੇ ਉਹ ਕਲਰਲੈਸ ਹੁੰਦੇ ਨੇ। ਓਕੇ ਜੀ। ਹੈਲੋ ਅਲਕੇਨਸ ਦੇ ਵਿੱਚ ਦੋ ਤਰ੍ਹਾਂ ਦੇ ਹੁੰਦੇ ਨੇ। ਹੈਲੋ ਅਲਕੇਨ ਲੋਅਰ ਮੈਂਬਰਸ ਦੇ ਕੰਟੇਨ ਹੁੰਦੇ ਨੇ ਜਿਨ੍ਹਾਂ ਦੇ ਕੋਲ, ਅਤੇ ਹਾਇਰ ਮੈਂਬਰਸ ਹੁੰਦੇ ਨੇ। ਮੀਨਸ ਹੈਲੋ ਅਲਕੇਨ ਜੋ ਹਾਇਰ ਮੈਂਬਰ ਕੰਟੇਨ ਕਰਦੇ ਨੇ। ਇਹਦੇ ਵਿੱਚ ਇਹੀ ਹੈ ਕਿ ਜਿਹੜੇ ਲੋਅਰ ਮੈਂਬਰਸ ਹੁੰਦੇ ਨੇ ਲਾਈਕ ਜਿੱਦਾਂ ਮਿਥਾਈਲ ਕਲੋਰਾਈਡ ਹੋ ਗਿਆ, ਮਿਥਾਈਲ ਬ੍ਰੋਮਾਈਡ ਹੋ ਗਿਆ, ਇਥਾਈਲ ਕਲੋਰਾਈਡ ਹੋ ਗਿਆ। ਠੀਕ ਹੈ ਜੀ। ਇਹ ਕਲਰਲੈਸ ਹੁੰਦੇ ਨੇ ਔਰ ਇਹ ਰੂਮ ਟੈਂਪਰੇਚਰ 'ਤੇ ਗੈਸਿਸ ਹੁੰਦੇ ਨੇ। ਅਤੇ ਜਿਹੜੇ ਹਾਇਰ ਮੈਂਬਰਸ ਹੁੰਦੇ ਨੇ ਉਹ ਲਿਕੁਇਡਸ ਔਰ ਸੋਲਿਡਸ ਦੋਨਾਂ ਦੇ ਵਿੱਚੋਂ ਹੋ ਸਕਦੇ ਨੇ। ਨੈਕਸਟ ਹੈ ਜੀ ਇਹਨਾਂ ਦੀ ਸੋਲੂਬਿਲਿਟੀ। ਸੋਲੂਬਿਲਿਟੀ ਕੀ ਕਹਿੰਦੀ ਹੈ ਕਿ ਸੋਲੂਬਿਲਿਟੀ ਇਹੀ ਹੈ ਕਿ ਵਾਟਰ ਦੇ ਵਿੱਚ ਇਹ ਘੱਟ ਸੋਲੂਬਲ ਹੁੰਦੇ ਨੇ, ਬਾਕੀ ਜਿਹੜੇ ਆਰਗੈਨਿਕ ਕੰਪਾਊਂਡਸ ਹੁੰਦੇ ਨੇ ਉਹਨਾਂ ਦੇ ਵਿੱਚ ਇਹ ਜ਼ਿਆਦਾ ਸੋਲੂਬਲ ਹੁੰਦੇ ਨੇ। ਓਕੇ ਜੀ। ਨੈਕਸਟ ਹੈਗਾ ਡੈਂਸਿਟੀ। ਡੈਂਸਿਟੀ ਦੇ ਵਿੱਚ ਦੇਖੋ ਇਹਨਾਂ ਨੇ ਕਿਹਾ ਕਿ ਜੋ ਫਲੋਰੋ ਅਤੇ ਕਲੋਰੋ ਅਲਕੇਨਸ ਨੇ ਇਹ ਹਲਕੇ ਹੁੰਦੇ ਨੇ। ਜਿਉਂ-ਜਿਉਂ ਜਿਹੜਾ ਮਾਸ ਹੈਗਾ ਉਹ ਇਨਕਰੀਜ਼ ਹੋਏਗਾ, ਜਿੱਦਾਂ ਆਇਓਡਾਈਡ ਦਾ ਮਾਸ ਇਨਕਰੀਜ਼, ਜਿਉਂ-ਜਿਉਂ ਮਾਸ ਇਨਕਰੀਜ਼ ਹੋਏਗਾ ਤਾਂ ਡੈਂਸਿਟੀ ਜਿਹੜੀ ਹੈਗੀ ਆ ਉਹ ਕੀ ਹੁੰਦੀ ਜਾਏਗੀ, ਹਾਇਰ ਹੁੰਦੀ ਜਾਏਗੀ। ਦੇਖੋ ਆਇਓਡੀਨ ਦੀ ਡੈਂਸਿਟੀ ਗ੍ਰੇਟਰ ਦੈਨ ਬ੍ਰੋਮਾਈਡ ਕਲੋਰਾਈਡ ਵਾਟਰ ਫਲੋਰਾਈਡ। ਤਾਂ ਹੁਣ ਤੁਸੀਂ ਇੱਥੇ ਇੱਕ ਜਿਹੜਾ ਹੈ ਸੀਰੀਜ਼ ਦੇਖ ਰਹੇ ਹੋਵੋਗੇ। ਇਹਦੇ ਵਿੱਚ ਦੇਖੋ ਆਪਣੇ ਕੋਲ CCl4 Cl3 Cl2 ਜਿਹਦੇ ਵਿੱਚ ਜ਼ਿਆਦਾ ਕਲੋਰੀਨ ਨੇਗੇ ਉਹਦੀ ਡੈਂਸਿਟੀ ਜਿਹੜੀ ਹੈ ਹਾਇਰ ਹੈ। ਓਕੇ ਜੀ। ਨੈਕਸਟ ਦੇ ਵਿੱਚ ਦੇਖੋ ਕਿਹਦੀ ਡੈਂਸਿਟੀ ਜ਼ਿਆਦਾ ਹੈ। ਇਹਦੇ ਵਿੱਚ ਦੇਖੋ ਆਇਓਡੀਨ ਲੱਗਿਆ ਹੋਇਆ, ਇਹ 'ਚ ਬ੍ਰੋਮੀਨ ਲੱਗਿਆ ਹੋਇਆ, ਇਹ 'ਚ ਕਲੋਰੀਨ ਲੱਗਿਆ ਹੋਇਆ। ਆਇਓਡੀਨ ਵਾਲੇ ਕੇਸ ਦੀ ਜਿਹੜੀ ਹੈਗੀ ਡੈਂਸਿਟੀ ਜ਼ਿਆਦਾ ਹੋਏਗੀ। ਨੈਕਸਟ ਹੈਗਾ ਸਾਡੇ ਕੋਲ ਮੈਲਟਿੰਗ ਪੁਆਇੰਟ ਅਤੇ ਬੋਇਲਿੰਗ ਪੁਆਇੰਟ। ਮੈਲਟਿੰਗ ਪੁਆਇੰਟ ਕੀ ਹੁੰਦਾ? ਦੇਖੋ ਮੈਲਟਿੰਗ ਪੁਆਇੰਟ ਇਹਨਾਂ ਨੇ ਕਿਹਾ ਕਿ ਜੇ ਕੋਈ ਵੀ ਹੈਲੋ ਅਲਕੇਨ ਹੈ ਉਹ ਹਾਈਡਰੋਕਾਰਬਨ ਤੋਂ ਬਣੇਗਾ। ਜਿਹੜਾ ਹੈਲੋ ਅਲਕੇਨ ਹਾਈਡਰੋਕਾਰਬਨ ਤੋਂ ਬਣ ਰਿਹਾ ਉਸ ਹੈਲੋ ਅਲਕੇਨ ਦਾ ਜਿਹੜਾ ਮੈਲਟਿੰਗ ਪੁਆਇੰਟ ਹੈ ਆਪਣੇ ਪੇਰੈਂਟ ਹਾਈਡਰੋਕਾਰਬਨ ਤੋਂ ਜ਼ਿਆਦਾ ਹੋਏਗਾ। ਰੀਜ਼ਨ ਕੀ ਹੈ? ਇੰਟਰਮੋਲੀਕੂਲਰ ਫੋਰਸਿਸ ਆਫ ਅਟਰੈਕਸ਼ਨ। ਇਹਦਾ ਮੇਨ ਰੀਜ਼ਨ ਕੀ ਹੈ? ਕਿਉਂਕਿ ਇਹਦੇ ਵਿੱਚ ਇੰਟਰਮੋਲੀਕੂਲਰ ਫੋਰਸਿਸ ਆਫ ਇੰਟਰੈਕਸ਼ਨ ਜਿਹੜੀਆਂ ਨੇ ਉਹ ਵੱਧ ਜਾਂਦੀਆਂ ਨੇ ਜਿਸ ਦੇ ਕਾਰਨ ਮੈਲਟਿੰਗ ਪੁਆਇੰਟ ਕੀ ਹੁੰਦਾ ਹੈਗਾ, ਇਨਕਰੀਜ਼ ਹੋ ਜਾਂਦਾ ਹੈ। ਨੈਕਸਟ ਹੈਗਾ ਜੀ ਬੋਇਲਿੰਗ ਪੁਆਇੰਟ। ਬੋਇਲਿੰਗ ਪੁਆਇੰਟ ਵੀ ਜਿਹੜਾ ਹੁੰਦਾ ਹੈਲੋ ਅਲਕੇਨਸ ਦਾ ਹਾਈ ਹੁੰਦਾ ਹੈਗਾ। ਆਹ ਸੀਰੀਜ਼ ਤੁਸੀਂ ਦੇਖ ਰਹੇ ਹੋਵੋਗੇ। ਸਭ ਤੋਂ ਜ਼ਿਆਦਾ ਬੋਇਲਿੰਗ ਪੁਆਇੰਟ ਕਿਹਦਾ? CH3I ਦਾ। ਠੀਕ ਹੈ ਜੀ। ਜਿਉਂ-ਜਿਉਂ ਮਾਸ ਇਨਕਰੀਜ਼ ਹੋਏਗਾ ਇੰਟਰਮੋਲੀਕੂਲਰ ਫੋਰਸਿਸ ਜਿਹੜੀਆਂ ਨੇਗੀਆਂ ਸਾਈਜ਼ ਇਨਕਰੀਜ਼ ਹੋ ਰਿਹਾ ਹੈ, ਇੰਟਰਮੋਲੀਕੂਲਰ ਫੋਰਸਿਸ ਵੀ ਇਨਕਰੀਜ਼ ਹੋਣਗੀਆਂ ਅਤੇ ਓਨਾ ਜ਼ਿਆਦਾ ਕੀ ਹੋਏਗਾ ਮੈਲਟਿੰਗ ਪੁਆਇੰਟ ਐਂਡ ਬੋਇਲਿੰਗ ਪੁਆਇੰਟ ਕੀ ਹੋ ਜਾਏਗਾ, ਇਨਕਰੀਜ਼ ਹੋ ਜਾਏਗਾ। ਆਹ ਸੀਰੀਜ਼ ਦੇਖ ਸਕਦੇ ਹੋ, ਐਗਜ਼ਾਮ ਦੇ ਵਿੱਚ ਐਵੇਂ ਸੀਰੀਜ਼ ਬਣੀ ਆ ਸਕਦੀ ਹੈ, ਤੁਹਾਨੂੰ ਆਰਡਰ ਪੁੱਛਿਆ ਜਾ ਸਕਦਾ ਹੈ ਕਿ ਕਿਸ ਦਾ ਜਿਹੜਾ ਬੋਇਲਿੰਗ ਪੁਆਇੰਟ ਹਾਈ ਹੈ। ਇੱਥੇ ਜਿੰਨੇ ਜ਼ਿਆਦਾ ਹੈਲੋਜਨ ਐਟਮ ਲੱਗੇ ਹੋਣਗੇ ਉਹਦਾ ਓਨਾ ਹੀ ਜ਼ਿਆਦਾ ਬੋਇਲਿੰਗ ਪੁਆਇੰਟ ਹੋਏਗਾ।
ਇਹਦੇ ਵਿੱਚ ਦੇਖੋ ਮੋਰ ਨੰਬਰ ਆਫ ਕਲੋਰੀਨ ਐਟਮਸ, ਤਾਂ ਇਹਦਾ ਕੀ ਹੋਏਗਾ, ਮੈਲਟਿੰਗ ਪੁਆਇੰਟ ਬੋਇਲਿੰਗ ਪੁਆਇੰਟ ਕੀ ਹੋਏਗਾ, ਜ਼ਿਆਦਾ ਹੋਏਗਾ। ਨੈਕਸਟ ਦੇਖੋ ਇਹਦੇ ਵਿੱਚ ਕੀ ਹੋ ਰਿਹਾ, ਇਹਦੇ ਵਿੱਚ ਵੀ ਸਾਈਜ਼ ਦੇਖੋ ਕਿਹਦਾ ਜ਼ਿਆਦਾ ਸਾਈਜ਼, ਇਹਦਾ ਸਾਈਜ਼ ਇਨਕਰੀਜ਼ ਹੋ ਗਿਆ, ਇਹਦਾ ਸਾਈਜ਼ ਘੱਟ ਹੈ, ਇਸ ਦਾ ਸਾਈਜ਼ ਘੱਟ ਹੈ, ਇਸ ਦਾ ਬਿਲਕੁਲ ਹੀ ਘੱਟ ਹੈ। ਤਾਂ ਜਿਸ ਦਾ ਸਾਈਜ਼ ਜ਼ਿਆਦਾ ਹੋਏਗਾ ਉੱਥੇ ਕੀ ਹੋਏਗਾ, ਬੋਇਲਿੰਗ ਪੁਆਇੰਟ ਵੀ ਇਨਕਰੀਜ਼ ਹੋਏਗਾ। ਆਈਸੋਮਰਸ ਦੇ ਕੇਸ ਦੇ ਵਿੱਚ ਦੇਖੋ ਇਹ ਇੱਕੋ ਹੀ ਕੰਪਾਊਂਡ, ਐਕਚੁਅਲੀ ਇਹਦੇ ਆਈਸੋਮਰਸ ਲਿਖੇ ਹੋਏ ਨੇ, ਤਾਂ ਆਈਸੋਮਰ ਦੇ ਕੇਸ ਦੇ ਵਿੱਚ ਕੀ ਹੋਏਗਾ, ਜੋ ਸਟ੍ਰੇਟ ਚੇਨ ਹੁੰਦਾ, ਸਟ੍ਰੇਟ ਚੇਨ ਦਾ ਜਿਹੜਾ ਬੋਇਲਿੰਗ ਪੁਆਇੰਟ ਹੈ ਉਹ ਸਭ ਤੋਂ ਜ਼ਿਆਦਾ ਹੁੰਦਾ ਹੈ। ਠੀਕ ਹੈ ਜੀ, ਇਹ ਯਾਦ ਰੱਖਣਾ ਹੈ, ਬਿਕੋਜ਼ ਦੇਖੋ ਇਹਨਾਂ ਦਾ ਸਰਫੇਸ ਏਰੀਆ ਦੇਖੋ, ਇਹਦਾ ਸਰਫੇਸ ਏਰੀਆ, ਇਸ ਦਾ ਸਰਫੇਸ ਏਰੀਆ ਤੇ ਇਸ ਦਾ ਸਰਫੇਸ ਏਰੀਆ, ਸਰਫੇਸ ਏਰੀਆ ਇਨਕਰੀਜ਼ ਹੋ ਗਿਆ, ਸਰਫੇਸ ਇਨਕਰੀਜ਼ ਹੋਣ ਦੇ ਨਾਲ ਜੋ ਹੈ ਬੋਇਲਿੰਗ ਪੁਆਇੰਟ ਕੀ ਹੋ ਜਾਂਦਾ ਹੈਗਾ, ਡਿਕਰੀਜ਼ ਹੋ ਜਾਂਦਾ। ਸੋ ਇਹਦਾ ਸਰਫੇਸ ਏਰੀਆ ਦੇਖੋ ਇਨਕਰੀਜ਼ ਹੋ ਗਿਆ ਨਾ, ਸਰਫੇਸ ਏਰੀਆ ਇਨਕਰੀਜ਼ ਹੋਣ ਦੇ ਨਾਲ ਇਹਦਾ ਬੋਇਲਿੰਗ ਪੁਆਇੰਟ ਜਿਹੜਾ ਹੈ ਘੱਟ ਜਾਊਗਾ। ਨੈਕਸਟ ਹੈਗਾ ਤੁਹਾਡੇ ਕੋਲ ਫਿਜ਼ੀਕਲ ਪ੍ਰੋਪਰਟੀਜ਼ ਆਫ ਹੈਲੋਰੀਨਸ। ਫਿਜ਼ੀਕਲ ਪ੍ਰੋਪਰਟੀਜ਼ ਆਫ ਹੈਲੋਰੀਨਸ ਐਗਜ਼ੈਕਟਲੀ ਸੇਮ ਨੇਗੀਆਂ, ਹੈਲੋਲਕੇਨਸ ਦੇ ਵਾਂਗੂ ਹੀ ਨੇ ਜਮਾਂ, ਕਲਰਲੈਸ ਹੁੰਦੇ ਨੇ ਇਹ ਵੀ। ਓਕੇ, ਦ ਅਰਾਈਲ ਹੈਲਾਈਡਸ ਆਰ ਹੈਵੀਅਰ ਦੈਨ ਵਾਟਰ, ਇਹ ਵਾਟਰ ਤੋਂ ਕੀ ਹੁੰਦੇ ਨੇ, ਹੈਵੀ ਹੁੰਦੇ ਨੇ, ਸੋਲੂਬਲ ਹੁੰਦੇ ਨੇ ਆਰਗੈਨਿਕ ਸੋਲਵੈਂਟਸ ਦੇ ਵਿੱਚ, ਐਗਜ਼ੈਕਟਲੀ ਸੇਮ ਨੇ। ਜੇਕਰ ਤੁਹਾਨੂੰ ਹੈਲੋਲਕੇਨਸ ਦੀਆਂ ਸਮਝ ਆ ਚੁੱਕੀਆਂ ਨੇ ਤਾਂ ਹੈਲੋਰੀਨਸ ਦੀਆਂ ਐਗਜ਼ੈਕਟਲੀ ਸੇਮ ਨੇ। ਇਹਦੇ ਵਿੱਚ ਇਹਨਾਂ ਨੇ ਪੁੱਛਿਆ ਕਿ ਮੈਲਟਿੰਗ ਪੁਆਇੰਟ ਤੇ ਬੋਇਲਿੰਗ ਪੁਆਇੰਟ ਕਿਸ ਦਾ ਜ਼ਿਆਦਾ ਹੁੰਦਾ ਹੈਗਾ। ਆਇਓਡੀਨ ਵਾਲੇ ਕੇਸ ਦਾ ਦੇਖੋ ਮੈਲਟਿੰਗ ਪੁਆਇੰਟ ਕੀ ਹੋਏਗਾ, ਜ਼ਿਆਦਾ ਹੋਏਗਾ, ਦੈਨ ਬ੍ਰੋਮੀਨ, ਦੈਨ ਕਲੋਰੀਨ, ਦੈਨ ਫਲੋਰੋ। ਦਿਸ ਇਜ਼ ਆਈਡੋ, ਦਿਸ ਇਜ਼ ਵਾਟ, ਦਿਸ ਇਜ਼ ਆਈਡੋਬੈਂਜ਼ੀਨ। ਇਹ ਕੀ ਹੈ ਤੁਹਾਡੇ ਕੋਲੇ, ਆਈਡੋਬੈਂਜ਼ੀਨ, ਦਿਸ ਇਜ਼ ਬ੍ਰੋਮੋਬੈਂਜ਼ੀਨ, ਕਲੋਰੋਬੈਂਜ਼ੀਨ, ਫਲੋਰੋਬੈਂਜ਼ੀਨ, ਦਿਸ ਇਜ਼ ਸਿੰਪਲ ਬੈਂਜ਼ੀਨ। ਤਾਂ ਇਹਦਾ ਸਾਈਜ਼ ਇਨਕਰੀਜ਼ ਹੋ ਗਿਆ, ਠੀਕ ਹੈ ਜੀ, ਤਾਂ ਇਹਦੇ ਨਾਲ ਕੀ ਹੈ, ਮੈਲਟਿੰਗ ਪੁਆਇੰਟ ਇਸਦਾ ਜ਼ਿਆਦਾ ਹੋਏਗਾ। ਅਗਰ ਅਸੀਂ ਕਲੋਰੀਨ ਦੀ ਗੱਲ ਕਰੀਏ, ਅਗਰ ਸਾਡੇ ਕੋਲ ਦੋ ਕਲੋਰੀਨ ਨੇ, ਕਲੋਰੀਨ ਦੇਖੋ ਦਿਸ ਪੋਜੀਸ਼ਨ ਐਂਡ ਦਿਸ ਪੋਜੀਸ਼ਨ, ਬੋਇਲਿੰਗ ਪੁਆਇੰਟ ਐਂਡ ਮੈਲਟਿੰਗ ਪੁਆਇੰਟ ਦੀ ਗੱਲ ਦੱਸੀ ਗਈ ਹੈ। ਇਹਦੇ ਵਿੱਚ ਥੋੜ੍ਹਾ ਧਿਆਨ ਨਾਲ ਦੇਖੋ, ਅਗਰ ਅਸੀਂ ਇਹਨਾਂ ਦੋਨਾਂ ਨੂੰ ਕੰਪੇਅਰ ਕਰੀਏ ਤਾਂ ਮੈਲਟਿੰਗ ਪੁਆਇੰਟ ਤੇ ਬੋਇਲਿੰਗ ਪੁਆਇੰਟ, ਜਿਹੜੇ ਬੋਇਲਿੰਗ ਪੁਆਇੰਟ ਨੀਅਰਲੀ ਇਹਨਾਂ ਦੇ ਕਹਿੰਦੇ ਸੇਮ ਜਿਹੇ ਹੁੰਦੇ ਨੇ, ਥੋੜ੍ਹਾ ਬਹੁਤ ਹੀ ਡਿਫਰੈਂਸ ਹੁੰਦਾ ਹੈ, ਬਟ ਮੈਲਟਿੰਗ ਪੁਆਇੰਟ ਇਹਨਾਂ ਦੇ ਕੁਆਇਟ ਡਿਫਰੈਂਸ, ਬਹੁਤ ਡਿਫਰੈਂਸ ਹੁੰਦਾ ਇਹਨਾਂ ਦੇ ਮੈਲਟਿੰਗ ਪੁਆਇੰਟ ਦੇ ਵਿੱਚ, ਬੋਇਲਿੰਗ ਪੁਆਇੰਟ ਦੇ ਵਿੱਚ ਕੁਝ ਜ਼ਿਆਦਾ ਡਿਫਰੈਂਸ ਨਹੀਂ ਹੁੰਦਾ। ਤਾਂ ਇਸ ਦਾ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ, ਮੈਲਟਿੰਗ ਪੁਆਇੰਟ ਜ਼ਿਆਦਾ ਹੁੰਦਾ ਹੈ ਮੈਟਾ ਪੋਜੀਸ਼ਨ, ਐਂਡ ਪੈਰਾ ਪੋਜੀਸ਼ਨ ਤੇ ਕੀ ਹੁੰਦਾ ਹੈ, ਜ਼ਿਆਦਾ ਹੁੰਦਾ ਹੈ ਐਜ਼ ਕੰਪੇਅਰ ਟੂ ਦਾ ਮੈਟਾ ਪੋਜੀਸ਼ਨ, ਸੌਰੀ ਦਿਸ ਇਜ਼ ਔਰਥੋ ਪੋਜੀਸ਼ਨ। ਠੀਕ ਹੈ ਜੀ, ਔਰਥੋ ਤੇ ਪੈਰਾ ਪੋਜੀਸ਼ਨ ਦੇ ਮੈਲਟਿੰਗ ਪੁਆਇੰਟਸ ਹਾਈ ਹੁੰਦੇ ਨੇ ਐਜ਼ ਕੰਪੇਅਰ ਟੂ ਦਾ ਮੈਟਾ ਪੋਜੀਸ਼ਨ। ਇੱਥੇ ਲਿਖਿਆ ਹੋਇਆ ਨੀਚੇ ਦੇਖੋ, ਮੈਲਟਿੰਗ ਪੁਆਇੰਟ ਆਫ ਪੈਰਾ ਆਈਸੋਮਰ, ਮੈਲਟਿੰਗ ਪੁਆਇੰਟ ਆਫ ਪੈਰਾ ਆਈਸੋਮਰ। ਦੇਖੋ ਪਹਿਲੇ ਨੰਬਰ ਤੇ ਜਿਹੜਾ ਹੈ, ਪਹਿਲੇ ਨੰਬਰ ਤੇ ਜਿਹੜਾ ਹੈ ਇਹ ਇਸ ਦਾ ਸਭ ਤੋਂ ਜ਼ਿਆਦਾ ਹੋਏਗਾ, ਫਸਟ ਨੰਬਰ ਇਹਨੂੰ ਜਾਏਗਾ, ਸੈਕਿੰਡ ਇਹਨੂੰ ਜਾਏਗਾ ਤੇ ਥਰਡ ਇਹਨੂੰ ਜਾਏਗਾ, ਫਸਟ ਇਹਦਾ ਹੋ ਗਿਆ। ਠੀਕ ਹੈ ਜੀ, ਪੈਰਾ ਦਾ ਸਭ ਤੋਂ ਜ਼ਿਆਦਾ ਹਾਈ ਹੁੰਦਾ ਡਿਊ ਟੂ ਸਿਮੈਟਰੀ, ਇਹਦੇ ਵਿੱਚ ਸਿਮੈਟਰੀਕਲ ਸਟਰਕਚਰ ਹੋਣ ਕਰਕੇ ਇੰਟਰਮੋਲੀਕੂਲਰ ਫੋਰਸਿਸ ਜਿਹੜੀਆਂ ਨੇ ਕਾਫੀ ਜ਼ਿਆਦਾ ਸਟਰੋਂਗਰ ਹੋ ਜਾਂਦੀਆਂ ਨੇ, ਜਿਸ ਦੇ ਕਰਕੇ ਸਾਨੂੰ ਜਿਹੜੀ ਹੈਗੀ ਆ ਐਨਰਜੀ ਜ਼ਿਆਦਾ ਪ੍ਰੋਵਾਈਡ ਕਰਨੀ ਪੈਂਦੀ ਹੈ ਬੌਂਡਸ ਨੂੰ ਬ੍ਰੇਕ ਕਰਨ ਲਈ। ਦੈਟਸ ਵਾਈ ਮੈਲਟਿੰਗ ਪੁਆਇੰਟ ਜਿਹੜਾ ਹੁੰਦਾ ਉਹ ਕੀ ਹੋ ਜਾਂਦਾ ਹੈ, ਇਨਕਰੀਜ਼ ਹੋ ਜਾਂਦਾ ਹੈ। ਅੱਗੇ ਆ ਗਿਆ ਜੀ ਸਾਡੇ ਕੋਲ, ਇਹ ਆਲ ਅਬਾਊਟ ਜੋ ਮੈਂ ਦੱਸਿਆ ਤੁਹਾਨੂੰ ਫਿਜ਼ੀਕਲ ਪ੍ਰੋਪਰਟੀਜ਼ ਸੀਗੀਆਂ, ਹੁਣ ਹੈਗੀਆਂ ਨੇ ਕੈਮੀਕਲ ਪ੍ਰੋਪਰਟੀਜ਼। ਦੇਖੋ ਕੈਮੀਕਲ ਪ੍ਰੋਪਰਟੀਜ਼ ਆਫ ਹੈਲੋਅਲਕੇਨਸ ਦੇ ਵਿੱਚ ਮੇਨਲੀ 4 ਰਿਐਕਸ਼ਨਸ ਨੇ, ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ, ਐਲੀਮੀਨੇਸ਼ਨ ਰਿਐਕਸ਼ਨਸ ਕਿੱਦਾਂ ਹੁੰਦੀਆਂ ਨੇ, ਰਿਐਕਸ਼ਨ ਵਿਦ ਮੈਟਲਸ ਕਿੱਦਾਂ ਹੁੰਦੀਆਂ ਨੇ, ਤੇ ਰਿਡਕਸ਼ਨ। ਅੱਜ ਦੀ ਵੀਡੀਓ ਦੇ ਵਿੱਚ ਸਿਰਫ ਔਰ ਸਿਰਫ ਜਿਹੜੇ ਰਹਿਣਗੇ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ ਹੀ ਰਹੇਗਾ, ਬਿਕੋਜ਼ ਇਹ ਕਾਫੀ ਜ਼ਿਆਦਾ ਲੈਂਦੀ ਵੀ ਆ, ਤੇ ਇਹਦੇ ਵਿੱਚੋਂ ਕੁਐਸਚਨ ਇੰਪੋਰਟੈਂਟ ਜਿਹੜੇ ਨੇਗੇ ਹੈਗੇ ਨੇ, ਇੰਪੋਰਟੈਂਟ ਬਣਦੇ ਨੇ, ਤੇ ਅੱਜ ਦਾ ਟੌਪਿਕ ਇਹੀ ਰਹੂਗਾ। ਸੋ ਪਾਰਟ ਥਰਡ ਦੇ ਵਿੱਚ ਅਸੀਂ ਕੀ ਕਰਾਂਗੇ, ਇਹਨਾਂ ਨੂੰ ਇਨਵੋਲਵ ਕਰਾਂਗੇ। ਓਕੇ ਜੀ, ਹੁਣ ਦੇਖੋ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ ਨੂੰ ਕਰਨ ਤੋਂ ਪਹਿਲਾਂ ਇੱਕ ਗੱਲ ਸਮਝੋ, ਕੁਝ ਕਨਸੈਪਟ ਸਮਝੋ। ਓਕੇ, ਇਹਦੇ ਵਿੱਚ ਕੀ ਹੈ, ਇਹ ਸਪੋਜ਼ ਮੇਰੇ ਕੋਲ ਹੈਲੋਅਲਕੇਨ ਹੈ, ਠੀਕ ਹੈ ਜੀ, ਹੈਲੋ ਅਲਕੇਨ ਹੈ, ਹੈਲੋ ਅਲਕੇਨ ਦੇ ਵਿੱਚ ਇਹ ਗਰੁੱਪ ਕਿਹੜਾ ਲੱਗਿਆ ਹੋਇਆ, ਹੈਲੋਜਨ ਗਰੁੱਪ ਲੱਗਿਆ ਹੋਇਆ। ਸੋ ਐਕਸ ਕੀ ਹੈਗਾ, ਇਹ ਐਕਸ ਜਿਹੜਾ ਹੈ ਇਸ ਕਾਰਬਨ ਦੇ ਨਾਲੋਂ ਕੀ ਹੈ, ਜ਼ਿਆਦਾ ਇਲੈਕਟ੍ਰੋ ਨੈਗੇਟਿਵ ਹੈ, ਕਾਰਬਨ ਨਾਲੋਂ ਜ਼ਿਆਦਾ ਇਲੈਕਟ੍ਰੋਨੈਗੇਟਿਵ ਹੋਣਾ ਵੀ ਚਾਹੀਦਾ ਹੈ, ਕਾਰਬਨ ਨਾਲ ਅਟੈਚ ਹੋਇਆ ਹੋਇਆ। ਸੋ ਇੱਕ ਹੁੰਦੀ ਹੈ ਟਰਮ ਨਿਊਕਲੀਓਫਾਈਲ। ਨਿਊਕਲੀਓਫਾਈਲ ਕੀ ਹੈ, ਨਿਊਕਲੀਓਫਾਈਲ ਇੱਕ ਐਸੀ ਜਿਹੜਾ ਹੈ ਟਰਮ ਇੱਥੇ ਜੋ ਕਿ ਹੈਲੋਜਨ ਦੇ ਨਾਲੋਂ ਵੀ ਜ਼ਿਆਦਾ ਸਟਰੋਂਗਰ ਹੈ, ਉਸਦੇ ਨਾਲੋਂ ਵੀ ਜ਼ਿਆਦਾ ਸਟਰੋਂਗਰ ਹੈ। ਜੇ ਉਸਦੇ ਨਾਲੋਂ ਜ਼ਿਆਦਾ ਸਟਰੋਂਗਰ ਹੈ ਤਾਂ ਕਾਰਬਨ ਜਿਹੜਾ ਹੈ ਮੀਨਜ਼ ਨਿਊਕਲੀਓਫਾਈਲ ਜਿਹੜਾ ਹੈ ਇਸ 'ਤੇ ਅਟੈਕ ਕਰੇਗਾ, ਅਤੇ ਜੋ ਇਹ ਐਕਸ ਹੈਗਾ ਇਹ ਰਿਮੂਵ ਹੋ ਜਾਏਗਾ। ਓਕੇ ਜੀ, ਕਿਉਂਕਿ ਐਕਸ ਨਾਲੋਂ ਕੀ ਹੈ, ਜ਼ਿਆਦਾ ਸਟਰੋਂਗਰ ਹੈ।
ਹੁਣ ਥੋੜਾ ਨਿਊਕਲੀਓਫਾਈਲ ਬਾਰੇ ਜਾਣ ਲਓ। ਨਿਊਕਲੀਓਫਾਈਲ ਜਿਹੜੇ ਹੁੰਦੇ ਨੇ ਇਲੈਕਟ੍ਰੋਨ ਰਿਚ ਕੰਪਾਊਂਡਸ ਹੁੰਦੇ ਨੇ। ਓਕੇ ਜੀ, ਨਿਊਕਲੀਓਫਾਈਲ ਜਿਹੜੇ ਹੁੰਦੇ ਨੇ ਇਹ ਕਾਰਬਨ ਦੇ ਉੱਤੇ ਅਟੈਕ ਕਰਦੇ ਨੇ ਤੇ ਐਕਸ ਨੂੰ ਡਿਸਪਲੇਸ ਕਰ ਦਿੰਦੇ ਨੇ। ਆਈ ਆਲਰੇਡੀ ਸੈਡ। ਸੋ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨਸ ਜਿਹੜੀਆਂ ਹੁੰਦੀਆਂ ਨੇ ਉਹ ਡਿਊ ਟੂ ਨਿਊਕਲੀਓਫਾਈਲ ਹੀ ਹੁੰਦੀਆਂ ਨੇ। ਮੀਨਸ ਜੋ ਅੱਜ ਅਸੀਂ ਰਿਐਕਸ਼ਨਸ ਕਰਨੀਆਂ ਨੇ ਨਿਊਕਲੀਓਫਾਈਲ ਜਿਹੜੀਆਂ ਰਿਐਕਸ਼ਨਸ ਨੇ ਉਹ ਸਾਰੀਆਂ ਰਿਐਕਸ਼ਨਸ ਦੇ ਵਿੱਚ ਕੀ ਹੋਏਗਾ, ਨਿਊਕਲੀਓਫਾਈਲ ਜੋ ਹੈ ਕਾਰਬਨ ਦੇ ਉੱਪਰ ਅਟੈਕ ਕਰੇਗਾ ਤੇ ਹੈਲੋਜਨ ਨੂੰ ਰਿਮੂਵ ਕਰ ਦੇਗਾ। ਠੀਕ ਹੈ ਜੀ। ਇੱਕ ਟਰਮ ਆਉਂਦੀ ਹੈ ਲਿਵਿੰਗ ਗਰੁੱਪ। ਲਿਵਿੰਗ ਗਰੁੱਪ ਮੈंने ਤੁਹਾਨੂੰ ਉੱਪਰ ਦੱਸਿਆ ਸੀ ਕਿ ਐਕਸ ਜੋ ਹੈ ਉਹ ਰਿਮੂਵ ਹੋ ਜਾਏਗਾ। ਇਹ ਐਕਸ ਹੀ ਜਿਹੜਾ ਹੁੰਦਾ ਹੈ ਇਹ ਲਿਵਿੰਗ ਗਰੁੱਪ ਕਹਿੰਦੇ ਨੇ ਇਹਨੂੰ। ਓਕੇ ਜੀ, ਜਿੰਨੇ ਵੀ ਹੈਲਾਈਡ ਆਇਨ ਅਟੈਚ ਹੁੰਦੇ ਨੇ ਕਾਰਬਨ ਨਾਲ ਉਹ ਲਿਵਿੰਗ ਗਰੁੱਪ ਹੁੰਦੇ ਨੇ। ਠੀਕ ਹੈ ਜੀ। ਸਭ ਤੋਂ ਬੈਸਟ ਲਿਵਿੰਗ ਗਰੁੱਪ ਦੀ ਗੱਲ ਕੀਤੀ ਜਾਵੇ ਤਾਂ ਆਇਓਡੀਨ ਆਇਨ ਹੈ। ਅਗਰ ਆਇਓਡੀਨ ਲੱਗਿਆ ਨਾ ਤਾਂ ਉਹ ਬੈਸਟ ਹੈ, ਉਹ ਲੀਵ ਜਲਦੀ ਹੋਏਗਾ। ਲਿਵਿੰਗ ਗਰੁੱਪ ਹੈ, ਬੈਸਟ ਲਿਵਿੰਗ ਗਰੁੱਪ। ਅਗਰ ਅਸੀਂ ਗੱਲ ਕਰੀਏ ਪੂਅਰੈਸਟ ਲਿਵਿੰਗ ਗਰੁੱਪ ਦੀ ਤਾਂ ਉਹ ਫਲੋਰਾਈਡ ਹੈ। ਫਲੋਰੀਨ ਨੂੰ ਕਾਫੀ ਜੋ ਹੈ ਅਸੀਂ ਕਹਿ ਸਕਦੇ ਹਾਂ ਕਿ ਲੀਵ ਕਰਨਾ ਥੋੜਾ ਜਿਹਾ ਉਹਨੂੰ ਔਖਾ ਹੈ, ਤਾਂ ਉਹ ਕੀ ਹੈ, ਪੂਅਰੈਸਟ ਲਿਵਿੰਗ ਗਰੁੱਪ ਹੁੰਦਾ ਹੈ। ਠੀਕ ਹੈ ਜੀ। ਇਸ ਕਰਕੇ ਕਿਹਾ ਜਾਂਦਾ ਹੈ ਕਿ ਜਿਹੜੇ ਆਈਡੋ ਅਲਕੇਨਸ ਹੁੰਦੇ ਨੇ ਇਹ ਜ਼ਿਆਦਾ ਰਿਐਕਟਿਵ ਹੁੰਦੇ ਨੇ ਐਜ਼ ਕੰਪੇਅਰ ਟੂ ਦਾ ਫਲੋਰੋ ਅਲਕੇਨਸ। ਫਲੋਰੋ ਅਲਕੇਨਸ ਕੀ ਹੁੰਦੇ ਨੇ, ਘੱਟ ਰਿਐਕਟਿਵ ਹੁੰਦੇ ਨੇ। ਨੈਕਸਟ ਹੈਗਾ ਕਿ ਜਿਹੜੇ ਨਿਊਕਲੀਓਫਾਈਲਸ ਹੁੰਦੇ ਨੇ ਦੋ ਤਰ੍ਹਾਂ ਦੇ ਹੋ ਸਕਦੇ ਨੇ। ਇੱਕ ਤਾਂ ਹੁੰਦੇ ਨੇ ਨੈਗੇਟਿਵਲੀ ਚਾਰਜਡ, ਦੂਸਰੇ ਹੁੰਦੇ ਨੇ ਨਿਊਟਰਲ। ਆ ਨੈਗੇਟਿਵ ਦੇ ਵਿੱਚ ਦੇਖ ਲਓ ਤੁਸੀਂ OH ਨੈਗੇਟਿਵ, CN ਨੈਗੇਟਿਵ ਜਿਸ ਨੂੰ ਸਾਈਨੋ ਕਹਿੰਦੇ ਨੇ, RO ਨੈਗੇਟਿਵ ਹੋ ਗਿਆ ਐਲਕੋਕਸੀ। ਠੀਕ ਹੈ ਜੀ। RCOO ਗਰੁੱਪ ਹੋ ਗਿਆ, SH ਨੈਗੇਟਿਵ ਹੋ ਗਿਆ। ਇਹ ਸਾਰੇ ਕੀ ਨੇ, ਨੈਗੇਟਿਵ ਚਾਰਜਡ ਨੇ। ਇਹਨਾਂ ਦੀਆਂ ਰਿਐਕਸ਼ਨਸ ਅਸੀਂ ਹੁਣ ਕਰਨੀਆਂ ਨੇ। ਫਿਰ ਨਿਊਟਰਲ ਦੇ ਵਿੱਚ ਆ ਗਿਆ ਦੇਖੋ ਵਾਟਰ, ਇਹ ਵੀ ਨਿਊਕਲੀਓਫਾਈਲ ਹੈ। ਅਮੋਨੀਆ, RNH2 ਅਮਾਈਨਸ ਵਗੈਰਾ ਗਰੁੱਪ ਆ ਗਏ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣੇ ਨੇ। ਨੈਕਸਟ ਹੈਗਾ ਆਪਣੇ ਕੋਲੇ ਰਿਐਕਟੀਵਿਟੀ ਆ ਗਈ ਹੈਲੋਜਨਸ ਦੀ। ਮੈਂ ਹੁਣੀ ਸਮਝਾਈ ਹੈ ਕਿ ਆਈ ਜਿਹੜਾ ਹੈ ਬੈਸਟ ਲਿਵਿੰਗ ਗਰੁੱਪ ਹੈ। ਸੋ ਇਹ ਸਭ ਤੋਂ ਵੱਧ ਰਿਐਕਟਿਵ ਹੁੰਦਾ ਹੈਗਾ। ਫਿਰ ਉਸਦੇ ਕੰਪੈਰੀਜ਼ਨ 'ਚ ਦੇਖੀਏ ਇਹ, ਫਿਰ ਇਹ, ਲਾਸਟਲੀ ਇਹ। ਠੀਕ ਹੈ ਜੀ। ਸਭ ਤੋਂ ਵੱਧ ਰਿਐਕਟਿਵ ਆਰਡਰ ਪੁੱਛਿਆ ਜਾ ਸਕਦਾ ਐਗਜ਼ਾਮ ਦੇ ਵਿੱਚ ਕਿ ਐਕਚੁਅਲ ਆਰਡਰ ਕੀ ਹੁੰਦਾ ਰਿਐਕਟੀਵਿਟੀ ਆਫ ਹੈਲੋਜਨਸ ਦਾ ਨਿਊਕਲੀਓਫਾਈਲ ਕੇਸ ਦੇ ਵਿੱਚ, ਤਾਂ RI ਜਿਹੜਾ ਹੈ ਸਭ ਤੋਂ ਵੱਧ ਰਿਐਕਟਿਵ ਹੁੰਦਾ ਜੀ। ਨੈਕਸਟ ਹੈਗਾ ਸਾਡੇ ਕੋਲ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨਸ। ਆ ਕੰਪਲੀਟ ਰਿਐਕਸ਼ਨਸ ਨੇਗੀਆਂ ਜੋ ਤੁਸੀਂ ਹੁਣ ਕਰਨੀਆਂ ਨੇ। ਓਕੇ ਜੀ, ਮੈਂ ਕਰਵਾ ਰਹੀ ਹਾਂ ਤੁਹਾਨੂੰ। ਇਹਦੇ ਵਿੱਚ ਕੀ ਹੈਗਾ ਦੇਖੋ, ਸਾਰਿਆਂ ਨਾਲ ਰਿਐਕਟ ਕਰਾਉਣਾ। ਇਹ ਸਾਰੇ ਕੀ ਨੇ ਸਾਡੇ ਕੋਲ, ਨਿਊਕਲੀਓਫਾਈਲਸ ਨੇ। ਇਹ ਸਾਰੇ ਨਿਊਕਲੀਓਫਾਈਲਸ ਨੇ। ਇਹ ਸਾਰੀਆਂ ਰਿਐਕਸ਼ਨਸ ਹੁਣ ਅਸੀਂ ਕਰਨੀਆਂ ਨੇ। ਓਕੇ ਜੀ। ਇੱਕ ਫੁੱਲ ਚਾਰਟ ਹੈਗਾ ਜੋ ਤੁਸੀਂ ਆਪਣੀ ਨੋਟਬੁੱਕ ਤੇ ਨੋਟਸ ਦੇ ਵਿੱਚ ਖੁਦ ਡਰਾ ਕਰ ਸਕਦੇ ਹੋ, ਸੋ ਦੈਟ ਰਿਵੀਜ਼ਨ ਟਾਈਮ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ। ਤੁਹਾਡੇ ਸਾਹਮਣੇ ਸਾਰੀਆਂ ਰਿਐਕਸ਼ਨਸ ਹੋਣੀਆਂ ਜ਼ਰੂਰੀ ਨੇ। ਓਕੇ ਜੀ। ਇੱਕ ਅਗਰ ਕੁਐਸਚਨਸ ਜਿਹੜੇ ਆਉਂਦੇ ਨੇ ਮਾਸਟਰ ਕੈਡਰ ਦੇ ਵਿੱਚ ਸਿੰਪਲ ਆਰਗੈਨਿਕ, ਤਾਂ ਦੇਖੋ ਹੁਣ ਸਾਰੀ ਤੁਹਾਨੂੰ ਕੰਪਲੀਟਲੀ ਪੜ੍ਹਨੀ ਪੈਣੀ ਆ। ਇੱਕ ਇੱਕ ਰਿਐਕਸ਼ਨ ਸਮਝ ਕੇ ਤੁਹਾਨੂੰ ਕਰਨੀ ਪੈਣੀ ਆ। ਇਸ ਲਈ ਜੋ ਹੈ ਇੰਪੋਰਟੈਂਟ ਇਹੀ ਬਣ ਜਾਂਦਾ ਹੈ ਕਿ ਤੁਸੀਂ ਸਮਝ ਕੇ ਕਰੋ ਚੀਜ਼ਾਂ ਨੂੰ, ਸੋ ਦੈਟ ਤੁਹਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਈਜ਼ੀ ਲੱਗਣ, ਸਾਰੇ ਕੁਐਸਚਨਸ ਉੱਥੇ ਫਿਰ ਈਜ਼ੀ ਲੱਗਣ। ਓਕੇ ਜੀ। ਸਕਿਪ ਨਹੀਂ ਕੀਤਾ ਜਾ ਸਕਦਾ ਕੋਈ ਵੀ ਪੋਰਸ਼ਨ, ਥੋੜਾ ਕਰੋ ਬਟ ਕਰਨਾ ਜ਼ਰੂਰ ਹੈ। ਦੇਖੋ ਜੀ ਇੱਧਰ ਦੇਖੋ, ਸਬਸਟੀਟਿਊਸ਼ਨ ਬਾਈ ਹਾਈਡਰੋਕਸਿਲ ਗਰੁੱਪ। ਸਭ ਤੋਂ ਪਹਿਲੀ ਰਿਐਕਸ਼ਨ ਹੈ ਕਿ ਅਸੀਂ ਹਾਈਡਰੋਕਸਿਲ ਗਰੁੱਪ ਲੈਣਾ। ਦੇਖੋ ਹੁਣ ਇਹ OH ਨੈਗੇਟਿਵ ਕੀ ਹੈ, ਨਿਊਕਲੀਓਫਾਈਲ ਹੈ। ਓਕੇ ਜੀ, ਨਿਊਕਲੀਓਫਾਈਲ ਹੈ। ਇਹ ਰਿਹਾ ਹੈਲੋ ਅਲਕੇਨ, ਇਹ ਰਿਹਾ ਨਿਊਕਲੀਓਫਾਈਲ। ਨਿਊਕਲੀਓਫਾਈਲ ਕਿਹਦੇ ਵਿੱਚ ਹੈ, KOH ਦੇ ਵਿੱਚ। ਹੋਏਗਾ ਕਿ ਉਹੀ ਚੀਜ਼ ਆ ਗਈ ਨਾ ਕਿ ਬ੍ਰੋਮੀਨ ਜਿਹੜਾ ਹੈ ਇੱਥੋਂ ਚਲਾ ਜਾਏਗਾ ਔਰ ਜੋ OH ਹੈਗਾ ਇੱਧਰ ਆ ਕੇ ਲੱਗ ਜਾਏਗਾ। ਸੇਮ ਰਿਐਕਸ਼ਨ ਹੈ, ਪ੍ਰੋਸੈਸ ਸੇਮ ਹੈ, ਜਸਟ ਤੁਸੀਂ ਰਿਐਕਸ਼ਨ ਕਰਵਾਉਣੀ ਹੈ ਇੱਕ ਨਿਊਕਲੀਓਫਾਈਲ ਲੈ ਕੇ, ਦੈਟ ਇਜ਼ OH ਨੈਗੇਟਿਵ। ਤਾਂ ਜਦੋਂ ਤੁਸੀਂ KOH ਰਿਐਕਟ ਕਰਾਉਂਦੇ ਆ ਤਾਂ ਆਪਣੇ ਕੋਲੇ ਕੀ ਬਣਦਾ ਹੈ, ਇਥੇਨੋਲ। ਦਿਸ ਇਜ਼ ਫਸਟ ਰਿਐਕਸ਼ਨ। ਔਰ ਇਸ ਗਰੁੱਪ ਨੂੰ ਕਿਹੜਾ ਗਰੁੱਪ ਕਹਿੰਦੇ ਨੇ, ਹਾਈਡਰੋਕਸੀ ਗਰੁੱਪ। ਤੇ ਸਾਡੇ ਕੋਲੇ ਪ੍ਰੋਡਕਟਸ ਕੀ ਬਣਦੇ ਨੇ, ਅਲਕੋਹਲਸ ਬਣਦੇ ਨੇ। ਸਾਰੀਆਂ ਰਿਐਕਸ਼ਨ ਸਿਮਿਲਰ ਨੇ, ਸਿਮਿਲਰ। ਜੇ ਇੱਕ ਆ ਜਾਂਦੀ ਹੈ ਤਾਂ ਸਾਰੀਆਂ ਆ ਜਾਣਗੀਆਂ। ਇਹਦੇ ਵਿੱਚ ਕੀ ਹੈ, ਹੁਣ ਦੇਖੋ ਐਲਕੋਕਸੀ ਗਰੁੱਪ ਲੈਣਾ ਤੁਸੀਂ। ਐਲਕੋਕਸੀ ਗਰੁੱਪ ਵਾਲਾ ਕੋਈ ਕੰਪਾਊਂਡ ਲੈ ਲਓ। ਠੀਕ ਹੈ ਜੀ। RO ਨੈਗੇਟਿਵ ਦੇਖੋ ਲੈ ਲਿਆ। ਉਹੀ ਚੀਜ਼ ਆ ਗਈ, ਬ੍ਰੋਮੀਨ ਚਲਾ ਜਾਏਗਾ ਔਰ ਇਹ ਜਿਹੜੀ ਚੀਜ਼ ਹੈਗੀ ਇਹਦੇ ਨਾਲ ਆ ਕੇ ਲੱਗ ਜਾਏਗੀ। ਦਿਸ ਪ੍ਰੋਡਕਟ ਜਿਹੜਾ ਬਣੇਗਾ, ਪ੍ਰੋਡਕਟ ਕੀ ਬਣੇਗਾ ਦੇਖੋ, Br ਚਲਾ ਗਿਆ ਤਾਂ ਕੀ ਬਣੇਗਾ, CH3CH2। ਜੋ ਇਹ ਵਾਲਾ ਪੋਰਸ਼ਨ ਸੀਗਾ ਇਹ ਉਹਦੇ ਨਾਲ ਜਾ ਕੇ ਲੱਗ ਜਾਏਗਾ ਤਾਂ ਇੱਥੇ ਬਣੂਗਾ ਈਥਰ। ਇਹ ਬਹੁਤ ਇੰਪੋਰਟੈਂਟ ਰਿਐਕਸ਼ਨ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਬਿਕੋਜ਼ ਇਹਦੇ ਵਿੱਚ ਕੀ ਹੈ, ਜਦੋਂ ਅਸੀਂ ਐਲਕੋਕਸੀ ਨਾਲ ਰਿਐਕਟ ਕਰਦੇ ਹਾਂ ਤਾਂ ਸਾਡੇ ਕੋਲ ਈਥਰ ਬਣਦਾ। ਔਰ ਇੱਕ ਨੇਮਿੰਗ ਰਿਐਕਸ਼ਨ ਹੈ ਜੋ ਅਸੀਂ +2 ਕਲਾਸ ਦੇ ਵਿੱਚ ਵੀ ਪੜ੍ਹੀ ਹੋਈ ਹੈ, ਦੈਟ ਇਜ਼ ਵਿਲੀਅਮਸਨ ਸਿੰਥਸਿਸ। ਠੀਕ ਹੈ ਜੀ। ਵਿਲੀਅਮਸਨ ਸਿੰਥਸਿਸ ਦੇ ਵਿੱਚ ਤੁਸੀਂ ਯਾਦ ਰੱਖਣਾ ਹੈ ਕਿ ਜੋ ਸਾਡੇ ਕੋਲ ਪ੍ਰੋਡਕਟ ਬਣਦਾ ਉਹ ਈਥਰਸ ਬਣਦੇ ਨੇ।
पेपर 'ਚ भी आ सकता है कि ईथर्स जो बनते हैं रिएक्शन नेमिंग रिएक्शन आ सकती है कि विलियमसन सिंथेसिस ओके सो प्रोसैस ਉਹੀ है न्यूक्लियोफिलिक चल रही ने सारिਆਂ ਦੇ ਵਿੱਚ ਨਿਊਕਲੀਓਫਾਈਲ ਅਟੈਕ ਹੋਏਗਾ ਨੈਕਸਟ ਹੈਗਾ ਸਾਈਨੋ ਗਰੁੱਪ ਕੋਈ ਵੀ ਤੁਸੀਂ ਐਸੀ ਚੀਜ਼ ਲਓ ਜਿਹਦੇ ਵਿੱਚ ਕੀ ਹੋਵੇ ਸਾਈਨੋ ਗਰੁੱਪ ਹੋਵੇ ਐਸਾ ਕੋਈ ਕੰਪਾਊਂਡ ਲੈ ਲਓ ਤਾਂ ਇਹਦੇ ਵਿੱਚ ਕੀ ਹੋਏਗਾ Br ਹਟ ਜੂਗਾ Cn ਉਹਦੇ ਨਾਲ ਜਾ ਕੇ ਲੱਗ ਗਿਆ ਦੇਖੋ ਇਹ ਕੀ ਪ੍ਰਪੇਅਰ ਹੋ ਗਿਆ ਸਾਡੇ ਕੋਲ ਸਾਈਨਾਈਡਸ ਵੀ ਕਹਿ ਦਿੰਦੇ ਨੇ ਇਹਨੂੰ ਨਾਈਟਰਾਈਲਸ ਵੀ ਕਹਿ ਦਿੰਦੇ ਨੇ ਓਕੇ ਸੋ ਇਹ ਰਿਐਕਸ਼ਨ ਸਾਡੇ ਕੋਲ ਬਣ ਕੇ ਆਉਂਦੀ ਹੈ ਤੇ ਇਹਦੇ ਵਿੱਚ ਅਗਰ ਇਹਦੇ ਵਿੱਚ ਫਰਦਰ ਅਸੀਂ 4H ਐਡ ਕਰਦੇ ਹਾਂ ਇਨ ਦੀ ਪ੍ਰੈਜ਼ੈਂਸ ਆਫ ਦਿਸ ਰੀਏਜੈਂਟ ਤਾਂ ਸਾਡੇ ਕੋਲ ਐਮਾਈਨ ਬਣਦਾ ਹੈ ਮੀਨਸ ਹੈਲੋ ਅਲਕੇਨ ਤੋਂ ਤੁਸੀਂ ਕੀ ਤਿਆਰ ਕਰ ਸਕਦੇ ਹੋ ਐਮਾਈਨ ਤਿਆਰ ਕਰ ਸਕਦੇ ਹੋ ਇਸ ਰਿਐਕਸ਼ਨ ਨੂੰ ਕਿਹਾ ਜਾਂਦਾ ਹੈ ਮੈਂਡੀਅਸ ਰਿਐਕਸ਼ਨ ਤਾਂ ਐਗਜ਼ਾਮ ਦੇ ਵਿੱਚ ਆ ਸਕਦਾ ਹੈ ਕਿ ਇਹ ਜੋ ਹੈ ਹੈਲੋ ਅਲਕੇਨ ਜਦੋਂ ਅਮਾਈਨ ਦੇ ਵਿੱਚ ਕਨਵਰਟ ਹੁੰਦੇ ਨੇ ਇਨ ਦੀ ਪ੍ਰੈਜ਼ੈਂਸ ਆਫ ਦਿਸ ਜਾਂ ਫਿਰ ਤੁਹਾਨੂੰ ਇਹ ਰੀਏਜੈਂਟ ਪੁੱਛਿਆ ਜਾ ਸਕਦਾ ਹੈ ਇਹ ਰੀਏਜੈਂਟ ਆ ਸਕਦਾ ਰਿਐਕਸ਼ਨ ਦੇ ਸਕਦੇ ਨੇ ਰੀਏਜੈਂਟ ਪੁੱਛਿਆ ਜਾ ਸਕਦਾ ਹੈ ਸੋ ਇਹ ਨੇਮਿੰਗ ਰਿਐਕਸ਼ਨ ਬਹੁਤ ਇੰਪੋਰਟੈਂਟ ਬਣ ਜਾਂਦੀਆਂ ਨੇ ਦੈਟ ਇਜ਼ ਮੈਂਡੀਅਸ ਰਿਐਕਸ਼ਨ ਇਸ ਦਾ ਨਾਮ ਹੈ ਮੈਂਡੀਅਸ ਰਿਐਕਸ਼ਨ ਨੈਕਸਟ ਹੈਗਾ ਸਾਡੇ ਕੋਲ ਆਈਸੋਸਾਈਨਾਈਡ ਗਰੁੱਪ ਕਿਹੜਾ ਹੁੰਦਾ ਹੈ ਆਈਸੋਸਾਈਨਾਈਡ ਦੇ ਵਿੱਚ ਆ ਜਾਂਦਾ ਹੈ NC ਨੈਗੇਟਿਵ ਠੀਕ ਹੈ ਜੀ ਇਹ ਆ ਜਾਂਦਾ ਹੈ ਆਈਸੋਸਾਈਨਾਈਡ ਸਿਮਿਲਰ ਹੈ ਆਈਸੋਸਾਈਨਾਈਡ ਦੇ ਵਿੱਚ ਕੀ ਹੋ ਜਾਂਦਾ AgCN ਸਾਈਨਾਈਡ ਦੇ ਵਿੱਚ ਤੁਸੀਂ ਯਾਦ ਰੱਖਣਾ ਕਿ KCN K ਲੈਣਾ ਹੁੰਦਾ ਠੀਕ ਹੈ ਜੀ ਬਟ ਜਿਹੜੇ ਆਈਸੋ ਹੁੰਦੇ ਨੇ ਉਹਦੇ ਵਿੱਚ ਅਸੀਂ AG ਲੈਣਾ ਹੁੰਦਾ AgCN ਬਾਕੀ ਰਿਐਕਸ਼ਨ ਐਗਜ਼ੈਕਟਲੀ ਸੇਮ ਹੈ ਤੁਸੀਂ ਦੇਖ ਸਕਦੇ ਹੋ AgBr ਰਿਮੂਵ ਹੋ ਜਾਏਗਾ ਜੋ ਇਹ ਸਰਕਲ ਲਗਾਏ ਹੋਏ ਨੇ ਇਹ ਦੋਨੋਂ ਪੋਰਸ਼ਨ ਕੀ ਹੋ ਜਾਣਗੇ ਰਿਮੂਵ ਹੋ ਜਾਣਗੇ ਜੋ ਬਾਕੀ ਪਾਰਟ ਬਚੇਗਾ ਉਹ ਅਟੈਚ ਹੋ ਜਾਏਗਾ ਦੇਖੋ ਜੀ ਆਈਸੋਸਾਈਨਾਈਡਸ ਸਾਡੇ ਕੋਲ ਪ੍ਰਪੇਅਰ ਹੋ ਕੇ ਆ ਜਾਣਗੇ ਨੈਕਸਟ ਰਿਐਕਸ਼ਨ ਹੈ ਸਬਸਟੀਟਿਊਸ਼ਨ ਬਾਈ ਅਮਾਈਨੋ ਗਰੁੱਪ ਮੀਨਸ NH3 ਦੇਖੋ ਹੈਲੋ ਅਲਕੇਨ ਨੂੰ NH3 ਨਾਲ ਰਿਐਕਟ ਕੀਤਾ ਤੇ ਕੀ ਬਣੇਗਾ ਸਾਡੇ ਕੋਲ 1 ਡਿਗਰੀ ਅਮਾਈਨ ਪ੍ਰਪੇਅਰ ਹੋਏਗਾ ਤੇ HBr ਰਿਮੂਵ ਹੋ ਜਾਏਗਾ ਓਕੇ ਫਿਰ ਨੈਕਸਟ ਕੀ ਹੈਗਾ ਇਹ 1 ਡਿਗਰੀ ਅਮਾਈਨ ਤੁਸੀਂ ਅਗੇਨ ਲਓਗੇ ਉਹਦੇ ਵਿੱਚ ਫਿਰ ਹੈਲੋ ਅਲਕੇਨ ਰਿਐਕਟ ਕਰੋਗੇ ਫਿਰ 2 ਡਿਗਰੀ ਅਮਾਈਨ ਬਣ ਜਾਏਗਾ ਅਗੇਨ ਫਿਰ ਕੀ ਕਰਨਾ ਤੁਸੀਂ 2 ਡਿਗਰੀ ਅਮਾਈਨ ਲੈਣਾ ਉਹਦੇ ਵਿੱਚ ਫਿਰ ਹੈਲੋ ਅਲਕੇਨ ਐਡ ਕਰਨਾ ਤੇ ਫਿਰ ਤੁਹਾਡੇ ਕੋਲ 3 ਡਿਗਰੀ ਅਮਾਈਨ ਬਣ ਜਾਏਗਾ ਮੀਨਸ ਇੱਕ ਸੀਰੀਜ਼ ਦੇ ਵਿੱਚ ਇਹ ਰਿਐਕਸ਼ਨ ਬਣਦੀ ਜਾ ਰਹੀ ਹੈ ਮੀਨਸ ਅਮਾਈਨੋ ਗਰੁੱਪ ਨਾਲ ਤੁਸੀਂ ਰਿਐਕਟ ਕਰਾਉਂਦੇ ਹੋ ਤਾਂ ਤੁਹਾਡੇ ਕੋਲੇ 1 ਡਿਗਰੀ 2 ਡਿਗਰੀ 3 ਡਿਗਰੀ ਅਮਾਈਨਸ ਜਿਹੜੇ ਨੇ ਉਹ ਪ੍ਰਪੇਅਰ ਹੋ ਕੇ ਆ ਜਾਂਦੇ ਨੇ ਓਕੇ ਜੀ ਨੈਕਸਟ ਦੇਖੋ ਹੈਗਾ ਤੁਹਾਡੇ ਕੋਲੇ ਇਹੀ ਰਿਐਕਸ਼ਨ ਸੇਮ ਹੈਗੀ ਆ ਦੈਟ ਇਜ਼ ਹੈਲੋ ਅਲਕੇਨ 3 ਡਿਗਰੀ ਪ੍ਰਪੇਅਰ ਹੋਇਆ ਸੀ ਤੁਹਾਡੇ ਕੋਲੇ ਦਿਸ ਇਜ਼ ਹੈਲੋ ਅਲਕੇਨ ਐਂਡ ਦਿਸ 3 ਡਿਗਰੀ ਦਿਸ 3 ਡਿਗਰੀ ਜੋ ਪੋਰਸ਼ਨ ਹੈ ਇੱਥੇ ਆ ਗਿਆ ਇਹ 3 ਡਿਗਰੀ ਆ ਗਿਆ ਦੋਨਾਂ ਨੂੰ ਰਿਐਕਟ ਕਰਾਵਾਂਗੇ ਤਾਂ ਕੁਆਟਰਨਰੀ ਅਮੋਨੀਅਮ ਬਣਦਾ ਹੈ ਦਿਸ ਇਜ਼ ਕੁਆਟਰਨਰੀ ਅਮੋਨੀਅਮ ਦੇ ਵਿੱਚ ਕੀ ਹੁੰਦਾ ਹੈ ਆ ਦੇਖੋ ਕੁਆਟਰਨਰੀ ਅਮੋਨੀਅਮ ਇਹ ਵੀ ਬਹੁਤ ਇੰਪੋਰਟੈਂਟ ਰਿਐਕਸ਼ਨ ਹੈ ਜਿੱਥੇ ਕੁਆਟਰਨਰੀ ਅਮੋਨੀਅਮ ਬਣਦੇ ਨੂੰ ਕਹਿੰਦੇ ਨੇ ਹੌਫਮੋਨ ਐਮਾਨੋਲਿਸਿਸ ਰਿਐਕਸ਼ਨ ਇਹ ਹੌਫਮੋਨ ਐਮਾਨੋਲਿਸਿਸ ਰਿਐਕਸ਼ਨ ਹੈ ਓਕੇ ਜੀ ਨੈਕਸਟ ਦੇਖੋ ਇਸ ਦੇ ਵਿੱਚ ਆ ਜਾਂਦੀ ਹੈ 6th ਰਿਐਕਸ਼ਨ ਟੋਟਲ 10 ਰਿਐਕਸ਼ਨਸ ਨੇਗੀਆਂ ਤੇ 6th ਰਿਐਕਸ਼ਨ ਤੇ ਅਸੀਂ ਪਹੁੰਚ ਚੁੱਕੇ ਹਾਂ ਨਾਈਟਰਾਈਟ ਦਾ ਗਰੁੱਪ ਮੀਨ ਦਾ ਕੀ ਹੁੰਦਾ NO2 ਅਗੇਨ ਦੇਖੋ ਇੱਥੇ ਇੱਕ ਨਾਈਟਰਾਈਟ ਹੁੰਦਾ ਇੱਕ ਨਾਈਟਰੋ ਹੁੰਦਾ ਐਗਜ਼ੈਕਟਲੀ ਥੋੜੇ ਸਿਮਿਲਰ ਨੇ ਇਹਦੇ ਵਿੱਚ ਕੌਣ ਬੌਂਡ ਸ਼ੇਅਰ ਕਰਦਾ ਹੈ ਇਸ ਦੇ ਵਿੱਚ O ਬੌਂਡ ਸ਼ੇਅਰ ਕਰੇਗਾ ਕਾਰਬਨ ਦੇ ਨਾਲ O ਸ਼ੇਅਰ ਕਰੇਗਾ ਬੌਂਡ ਬਟ ਇਹਦੇ ਵਿੱਚ N ਕਰਦਾ ਹੈ ਕਾਰਬਨ ਦੇ ਨਾਲ N ਸ਼ੇਅਰ ਕਰਦਾ ਇਸ ਕਰਕੇ ਇਹ ਨਾਈਟਰੋ ਬਣ ਜਾਂਦਾ ਜਿੱਥੇ ਉਹ ਕਰਦਾ ਉਹ ਨਾਈਟਰਾਈਟ ਗਰੁੱਪ ਹੁੰਦਾ ਤੇ ਨਾਈਟਰਾਈਟ ਦੇ ਵਿੱਚ ਅਗੇਨ K ਲੈਣਾ ਜਿਵੇਂ ਸਾਈਨਾਈਡ ਦੇ ਕੇਸ 'ਚ ਹੋਇਆ ਸੀ ਇੱਥੇ ਕੀ ਲੈਣਾਗਾ ਨਾਈਟਰੋ ਦੇ ਵਿੱਚ Ag ਲੈਣਾ ਓਕੇ ਜੀ ਰਿਐਕਸ਼ਨ ਦੋਨੋਂ ਸਿਮਿਲਰ ਨੇ ਰਿਐਕਸ਼ਨ ਐਗਜ਼ੈਕਟਲੀ ਸਿਮਿਲਰ ਨੇ ਇੱਥੇ ਵੀ ਜਿਹੜਾ ਹੈਗਾ KBr ਜੋ ਰਿਮੂਵ ਹੋ ਜਾਏਗਾ ਬਾਕੀ ਪੋਰਸ਼ਨ ਅਟੈਚ ਹੋ ਜਾਏਗਾ ਨੈਕਸਟ ਦੇਖੋ ਇਹਦੇ ਵਿੱਚ ਅਗੇਨ ਸੇਮ ਹੈ ਜੋ ਇਹ ਪੋਰਸ਼ਨ ਹੈ ਅਟੈਚ ਹੋ ਜਾਏਗਾ ਇਹ ਦੋਨੋਂ ਕੀ ਹੋ ਜਾਣਗੇ ਰਿਮੂਵ ਹੋ ਜਾਣਗੇ ਐਂਡ ਨਾਈਟਰੋ ਅਲਕੇਨਸ ਜਿਹੜੇ ਨੇ ਪ੍ਰਪੇਅਰ ਹੋ ਜਾਣਗੇ 7 ਰਿਐਕਸ਼ਨਸ ਹੋ ਗਈਆਂ ਦਿਸ ਇਜ਼ 8th ਰਿਐਕਸ਼ਨ ਨੰਬਰਿੰਗ ਥੋੜੀ ਗਲਤ ਹੋਈ ਹੈ ਇਹ 8th ਰਿਐਕਸ਼ਨ ਹੈ 8th ਰਿਐਕਸ਼ਨ ਦੇ ਵਿੱਚ ਕੀ ਹੁੰਦਾ ਹੈ SH ਨਾਓ ਵਾਟ ਇਜ਼ SH ਦਿਸ ਇਜ਼ ਹਾਈਡਰੋਸਲਫਾਈਡ ਗਰੁੱਪ ਸੇਮ ਹੈਗਾ ਕੋਈ ਹੈਲੋ ਅਲਕੇਨ ਲੈ ਲਓ ਤੁਸੀਂ ਤੇ ਉਹਦੇ ਵਿੱਚ ਤੁਸੀਂ ਇਹ ਕੰਪਾਊਂਡ ਲੈ ਲਓ ਜਿਸ ਦੇ ਵਿੱਚ SH ਗਰੁੱਪ ਲੱਗਿਆ ਹੋਵੇ NaBr ਰਿਮੂਵ ਹੋ ਜਾਏਗਾ ਬਾਕੀ ਤੁਹਾਡੇ ਕੋਲ ਬਣੇਗਾ ਕੀ ਇਸ ਪੋਰਸ਼ਨ ਨੂੰ ਕਹਿੰਦੇ ਹੁੰਦੇ ਨੇ ਥਾਇਓ ਅਲਕੋਹਲਸ ਇਹ ਥਾਇਓ ਅਲਕੋਹਲਸ ਹੁੰਦੇ ਨੇ ਠੀਕ ਹੈ ਜੀ ਥਾਇਓ ਅਲਕੋਹਲ ਸਾਡੇ ਕੋਲ ਪ੍ਰਪੇਅਰ ਹੋ ਜਾਣਗੇ ਇਹਦਾ ਨਾਮ ਯਾਦ ਰੱਖਿਓ ਥਾਇਓ ਅਲਕੋਹਲਸ ਤੇ ਉਸ ਤੋਂ ਬਾਅਦ ਹੈ ਲਾਸਟ ਓਕੇ ਦਿਸ ਇਜ਼ ਨੈਕਸਟ ਰਿਐਕਸ਼ਨ ਜਿਹੜੀ ਹੈਗੀ ਸਬਸਟੀਟਿਊਸ਼ਨ ਬਾਈ ਕਾਰਬੋਕਸਿਲ ਗਰੁੱਪ
ਇਹਦੇ ਵਿੱਚ ਕੀ ਹੋਏਗਾ ਦੇਖੋ ਹੈਲੋ ਅਲਕੇਨ ਲੈ ਲਿਆ ਤੁਸੀਂ, ਇਹਦੇ ਵਿੱਚ ਤੁਸੀਂ ਲੈਣਾ ਕਾਰਬੋਕਸਿਲ ਗਰੁੱਪ ਕਿਹੜਾ ਹੁੰਦਾ CH3COO, ਮੀਨਸ ਤੁਸੀਂ ਇਹ ਲੈ ਸਕਦੇ ਹੋ। ਠੀਕ ਹੈ ਜੀ, ਇਹ AgBr ਰਿਮੂਵ ਹੋ ਜਾਏਗਾ, ਬਾਕੀ ਪੋਰਸ਼ਨ ਜਿਹੜਾ ਹੈਗਾ ਉਹ ਅਟੈਚ ਹੋ ਜਾਏਗਾ। ਇੱਥੇ ਬਣਿਆ ਕੀ ਸਾਡੇ ਕੋਲੇ ਇਥਾਈਲ ਐਸੀਟੇਟ। ਸੋ ਵਿਦ ਕਾਰਬੋਕਸਿਲਿਕ ਗਰੁੱਪ ਐਸਟਰਸ ਬਣਦੇ ਨੇ, ਕੀ ਬਣਦੇ ਨੇ ਸਾਡੇ ਕੋਲ ਐਸਟਰਸ, ਇਹ ਐਸਟਰਸ ਬਣਿਆ, ਇਹ ਐਸਟਰਸ ਨੇ, ਦਿਸ ਇਜ਼ ਐਸਟਰ। ਨੈਕਸਟ ਹੈਗਾ ਸਾਡੇ ਕੋਲ ਸਬਸਟੀਟਿਊਸ਼ਨ ਬਾਏ ਮਰਕੈਪਟਾਈਡ ਗਰੁੱਪ ਦੇਖੋ ਕਿੱਦਾਂ ਦਾ ਹੁੰਦਾ SR ਡੈਸ਼, ਮੀਨਸ S, ਦਿਸ ਇਜ਼ S ਹੋ ਗਿਆ। ਠੀਕ ਹੈ ਜੀ, ਇਹ ਜੋ ਪੋਰਸ਼ਨ ਹੈ ਦਿਸ ਇਜ਼ R ਡੈਸ਼, ਇਹਦੇ ਨਾਲ ਸੋਡੀਅਮ ਲਗਾਤਾ ਬਿਕੋਜ਼ ਸਾਨੂੰ ਕੋਈ ਮੈਟਲ ਵੀ ਲਗਾਉਣਾ ਪੈਂਦਾ ਜੋ Br ਨੂੰ ਜੋ ਹੈ ਰਿਮੂਵ ਕਰਦਾ, ਇੱਥੋਂ ਰਿਮੂਵ ਕਰਕੇ ਲੈ ਕੇ ਜਾਂਦਾ। ਸੋ ਦਿਸ ਇਜ਼ NaBr ਰਿਮੂਵ ਹੋ ਗਿਆ, ਬਾਕੀ ਜਿਹੜਾ ਪੋਰਸ਼ਨ ਹੈ ਉਹਦੇ ਨਾਲ ਅਟੈਚ ਹੋ ਜਾਊਗਾ। ਇਹਨੂੰ ਕਹਿੰਦੇ ਨੇ ਥਾਈਓ ਈਥਰਸ। ਇਹ ਜਿਹੜਾ ਪੋਰਸ਼ਨ ਹੈ ਜਿੱਦਾਂ ਦੇਖੋ ਇੱਥੇ R ਹੈਗਾ, ਸੈਂਟਰ ਦੇ ਵਿੱਚ S ਹੈਗਾ, ਫਿਰ R ਹੈਗਾ, ਇਸ ਤਰ੍ਹਾਂ ਦੇ ਗਰੁੱਪ ਨੂੰ ਕੀ ਕਹਿੰਦੇ ਨੇਗੇ, ਦੈਟ ਇਜ਼ ਥਾਈਓ ਈਥਰ। ਈਥਰ ਦੇ ਵਿੱਚ ਅਲੱਗ ਚੀਜ਼ ਹੁੰਦੀ ਹੈ, ਇੱਥੇ S ਆ ਜਾਂਦਾ ਹੈ। ਠੀਕ ਹੈ ਜੀ, ਇੱਥੇ ਡਾਈਥਾਈਲ ਥਾਈਓ ਈਥਰ ਨਾਮ ਇੱਥੇ ਬਣ ਜਾਂਦਾ ਹੈ। ਇਹ ਸਮਰੀ ਸੀ, ਸਮਰੀ ਦੇਖ ਲਓ ਹੁਣ ਸਾਰੀ ਕੰਪਲੀਟ ਜੋ ਆਪਾਂ ਨੇ ਰਿਐਕਸ਼ਨਸ ਕੀਤੀਆਂ ਨੇ, ਮੀਨਸ ਉੱਪਰ ਜਿੰਨੀਆਂ ਵੀ 10 ਰਿਐਕਸ਼ਨਸ ਕੀਤੀਆਂ ਨੇ OH ਗਰੁੱਪ ਦੇ ਨਾਲ ਪ੍ਰਪੇਅਰ ਹੋਇਆ ਸੀ ਸਾਡਾ ਅਲਕੋਹਲਸ, OR ਗਰੁੱਪ ਜੋ ਕਿ ਅਸੀਂ ਵਿਲੀਅਮਸਨ ਸਿੰਥਸਿਸ ਰਿਐਕਸ਼ਨ ਨਾਮ ਦੇ ਰਹੇ ਸੀ, ਉੱਥੇ ਬਣੇ ਸੀ ਈਥਰਸ। CN ਦੇ ਨਾਲ ਬਣਿਆ ਸੀ ਜਿੱਥੇ ਅਸੀਂ ਮੈਂਡੀਅਸ, यहाँ पे ऐसा ਹੈਗਾ ਮੈਂਡੀਅਸ ਰਿਐਕਸ਼ਨ, ਉੱਥੇ ਬਣੇ ਸੀ ਅਮਾਈਨ। ਨੈਕਸਟ ਹੈਗਾ NC ਗਰੁੱਪ ਦੇ ਨਾਲ ਕੀ ਬਣਿਆ ਸੀਗਾ, ਦੈਟ ਇਜ਼ ਆਈਸੋਸਾਇਨਾਈਡਸ। ਅਮਾਈਨੋ ਦੇ ਨਾਲ ਕੀ ਬਣਿਆ ਸੀ 1 ਡਿਗਰੀ 2 ਡਿਗਰੀ 3 ਡਿਗਰੀ ਕੁਆਟਨਰੀ ਤੇ ਹੌਫਮੋਨ ਐਮੋਲਿਸਿਸ ਰਿਐਕਸ਼ਨ ਬਣੀ ਸੀ। ਨੈਕਸਟ ਹੈਗਾ ਨਾਈਟਰਾਈਟ ਗਰੁੱਪ ਨਾਲ ਕੀ ਬਣਿਆ ਸੀ, ਨਾਈਟਰਾਈਟਸ ਬਣੇ ਸੀ। ਨਾਈਟਰੋ ਨਾਲ ਕੀ ਬਣਿਆ ਸੀ, ਨਾਈਟਰੋ ਅਲਕੇਨਸ ਬਣੇ ਸੀ। ਹਾਈਡਰੋਸਲਫਾਈਡ ਗਰੁੱਪ ਦੇ ਨਾਲ ਜੋ SH ਵਾਲਾ ਸੀ ਉਹ 'ਚ ਥਾਇਓ ਅਲਕੋਹਲਸ ਬਣੇ ਸੀ। ਉਸ ਤੋਂ ਬਾਅਦ ਹੈ ਕਾਰਬੋਕਸਿਲ ਗਰੁੱਪ ਜੋ ਹੈ ਉੱਥੇ ਕੀ ਬਣੇ ਸੀ, ਐਸਟਰਸ ਬਣੇ ਸੀ। ਮਰਕੈਪਟਾਈਡ ਗਰੁੱਪ ਦੇ ਨਾਲ ਥਾਇਓ ਈਥਰਸ ਬਣੇ ਸੀ। ਇਹ ਸਮਰੀ ਹੈਗੀ ਆ ਸਾਰੀਆਂ ਰਿਐਕਸ਼ਨਸ ਦੀ, ਤੁਸੀਂ ਇਹ ਵੀ ਡਾਇਰੈਕਟਲੀ ਲਰਨ ਕਰਨੀ ਆ ਰਿਵੀਜ਼ਨ ਟਾਈਮ। ਅੱਗੇ ਆ ਜਾਂਦਾ ਹੈ 2 ਟਾਈਪਸ ਆਫ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ, ਇਹੀ ਹੈ ਜੋ ਪੋਰਸ਼ਨ ਅੱਜ ਦਾ ਮੇਨ ਸਾਡਾ ਹੈਗਾ ਜੋ ਐਗਜ਼ਾਮ ਦੇ ਵਿੱਚ ਆਇਆ ਹੋਇਆ। ਦੇਖੋ ਇਹਦੇ ਵਿੱਚ ਸਬਸਟੀਟਿਊਸ਼ਨ ਨਿਊਕਲੀਓਫਿਲਿਕ ਬਾਇਓਮੋਲੀਕਿਊਲਰ, ਇਹ ਜਿਹੜੀ ਨਿਊਕਲੀਓਫਿਲਿਕ ਰਿਐਕਸ਼ਨ ਹੁੰਦੀ ਹੈ ਦੋ ਤਰ੍ਹਾਂ ਦੀ ਹੁੰਦੀ ਹੈ, ਸਬਸਟੀਟਿਊਸ਼ਨ ਨਿਊਕਲੀਓਫਿਲਿਕ ਬਾਇਓਮੋਲੀਕਿਊਲਰ ਜਿਹੜੀ ਹੁੰਦੀ ਹੈ ਦੈਟ ਇਜ਼ SN2 ਰਿਐਕਸ਼ਨ ਕਹਿੰਦੇ ਨੇ ਇਹਨੂੰ। ਇਹਦੇ ਵਿੱਚ ਇਹ ਰਿਐਕਸ਼ਨ ਤੁਸੀਂ ਯਾਦ ਰੱਖਣੀ ਹੈ, ਦਿਸ ਇਜ਼ ਮਿਥਾਈਲ ਬ੍ਰੋਮਾਈਡ ਦੇ ਵਿੱਚ ਅਗਰ ਅਸੀਂ OH ਨੈਗੇਟਿਵ ਐਡ ਕਰੀਏ, ਮੀਨਸ ਉਹੀ ਚੀਜ਼ ਆ ਗਈ ਕਿ ਨਿਊਕਲੀਓਫਾਈਲ ਹੈ ਤਾਂ ਨਿਊਕਲੀਓਫਾਈਲ ਕੀ ਕਰੇਗਾ, ਇਹਨੂੰ ਰਿਮੂਵ ਕਰੇਗਾ ਐਂਡ ਇੱਥੇ ਕੀ ਬਣ ਜਾਏਗਾ CH3OH ਤੇ ਇਹ ਕੀ ਹੋ ਜਾਏਗਾ, ਰਿਮੂਵ ਹੋ ਜਾਏਗਾ। ਠੀਕ ਹੈ ਜੀ, ਦੇਖੋ ਇਸ ਨੂੰ ਬਾਇਓਮੋਲੀਕਿਊਲਰ ਕਿਉਂ ਕਿਹਾ ਜਾਂਦਾ ਹੈ, ਵਾਈ ਬਾਇਓਮੋਲੀਕਿਊਲਰ ਕੀ ਹੈ, ਤੁਸੀਂ ਸਭ ਨੇ +2 ਦੇ ਵਿੱਚ ਕੈਮੀਕਲ ਕਾਈਨੈਟਿਕਸ ਟੌਪਿਕ ਪੜ੍ਹਿਆ ਹੋਏਗਾ, ਤਾਂ ਉਸ ਦੇ ਵਿੱਚ ਕੀ ਹੁੰਦਾ ਜੋ ਰੇਟ ਹੈਗਾ, ਰੇਟ ਡਿਪੈਂਡ ਕਰਦਾ ਹੁੰਦਾ ਕੰਸਨਟ੍ਰੇਸ਼ਨ ਆਫ ਦਾ ਰਿਐਕਟੈਂਟਸ, ਥੀਸ ਆਰ ਰਿਐਕਟੈਂਟਸ। ਇੱਥੇ ਕੀ ਹੈਗਾ ਜਿਹੜਾ ਰੇਟ ਹੈ ਨਾ, ਇਹ ਇਸ ਤੇ ਵੀ ਡਿਪੈਂਡ ਕਰਦਾ ਹੈ, ਇਸ ਤੇ ਵੀ ਡਿਪੈਂਡ ਕਰਦਾ ਹੈ, ਇਸ ਕਰਕੇ ਦੋਨੋਂ ਤੇ ਡਿਪੈਂਡ ਕਰਦਾ। ਇਸ ਦਾ ਨਾਮ ਹੈਗਾ ਬਾਇਓਮੋਲੀਕਿਊਲਰ, ਦੈਟਸ ਵਾਈ ਇਸ ਰਿਐਕਸ਼ਨ ਨੂੰ ਬਾਇਓਮੋਲੀਕਿਊਲਰ ਕਿਹਾ ਜਾਂਦਾ ਜੀ। ਕਲੀਅਰ, ਦੋ ਮੋਲੀਕਿਊਲਸ ਤੇ ਡਿਪੈਂਡ ਕਰਦਾ ਹੈ ਐਂਡ ਟੇਕ ਪਾਰਟ ਇਨ ਡਿਟਰਮਿਨਿੰਗ ਨਿਊਕਲੀਓਫਾਈਲ। ਤੇ ਇਹ ਜੋ ਰਿਐਕਸ਼ਨ ਹੈ ਨਾਮ ਤਾਂ ਇਸਦਾ ਬਾਇਓਮੋਲੀਕਿਊਲਰ ਹੈ, ਬਟ ਤੁਸੀਂ ਯਾਦ ਰੱਖਣਾ ਹੈ ਵੀ ਇਹ ਇੱਕ ਸਟੈਪ ਦੇ ਵਿੱਚ ਹੀ ਰਿਐਕਸ਼ਨ ਹੋ ਜਾਂਦੀ ਹੈ ਤੇ ਇਹਦੇ ਵਿੱਚ ਇੱਕ ਟ੍ਰਾਂਜੀਸ਼ਨ ਸਟੇਟ ਵੀ ਬਣਦੀ ਹੈ, ਉਹ ਆਪਾਂ ਡਿਸਕਸ ਕਰ ਲੈਂਦੇ ਹਾਂ। ਦੇਖ ਸਕਦੇ ਹੋ ਤੁਸੀਂ ਇਹ ਇੱਕ ਸਟੈਪ ਦੇ ਵਿੱਚ ਰਿਐਕਸ਼ਨ ਹੋ ਚੁੱਕੀ ਆ ਤੇ ਇਹਦੇ ਵਿੱਚ ਇੱਕ ਟ੍ਰਾਂਜੀਸ਼ਨ ਸਟੇਟ ਵੀ ਬਣਦੀ ਹੈ। OH ਜਿਹੜਾ ਹੈਗਾ ਅਟੈਕ ਕਰਦਾ, ਸਪੋਜ਼ ਇਹ ਉਹੀ ਹੈ CH3 CH2, ਇੱਧਰ Br ਲੱਗਿਆ ਹੋਇਆ, ਇੱਧਰ OH ਨੈਗੇਟਿਵ ਲੱਗਿਆ ਹੋਇਆ। OH ਨੈਗੇਟਿਵ ਕੀ ਹੋਏਗਾ, ਬ੍ਰੋਮੀਨ ਦੇ ਆਪੋਜ਼ਿਟ ਤੋਂ ਅਟੈਕ ਕਰੇਗਾ ਕਾਰਬਨ ਦੇ ਉੱਪਰ। ਜਦੋਂ ਅਟੈਕ ਕਰੇਗਾ ਤਾਂ ਇਹ ਬੌਂਡ ਬਣਨਾ ਸ਼ੁਰੂ ਹੋ ਜਾਏਗਾ ਔਰ ਇਹ ਬੌਂਡ ਜਿਹੜਾ ਹੈ ਬ੍ਰੇਕ ਹੋਣਾ ਸ਼ੁਰੂ ਹੋ ਜਾਏਗਾ। ਇਸ ਸਟੇਟ ਨੂੰ ਕਹਿੰਦੇ ਆ ਟ੍ਰਾਂਜੀਸ਼ਨ ਸਟੇਟ, ਜੋ ਕਿ ਅਨਸਟੇਬਲ ਹੁੰਦੀ ਹੈ ਬਿਕੋਜ਼ ਕਾਰਬਨ ਦੇ ਆਲੇ ਦੁਆਲੇ 5 ਬੌਂਡ ਬਣਦੇ ਦਿਖਾਈ ਦੇ ਰਹੇ ਨੇ, ਮਤਲਬ ਇੱਕ ਤਾਂ ਜਿਹੜਾ ਬ੍ਰੇਕ ਹੋ ਰਿਹਾ ਬਟ ਇੱਕ ਬਣ ਰਿਹਾ, ਸੋ ਇਸ ਕਰਕੇ ਅਨਸਟੇਬਲ ਹੈ। ਸੋ ਹੋਏਗਾ ਕਿ ਇਹ Br ਜਿਹੜਾ ਹੈ ਆਪਣੇ ਇਲੈਕਟ੍ਰੋਨਸ ਲੈ ਕੇ ਬਾਹਰ ਚਲਾ ਜਾਏਗਾ ਤੇ ਕੰਪਾਊਂਡ ਰਿਜ਼ਲਟ ਸਾਡਾ ਇਹ ਬਣ ਜਾਊਗਾ। ਇਹ SN2 ਦੀ ਰਿਐਕਸ਼ਨ ਹੈ ਜੀ, ਸੈਕਿੰਡ ਆਰਡਰ ਰਿਐਕਸ਼ਨ ਇਹਨੂੰ ਕਿਹਾ ਜਾਂਦਾ ਹੈਗਾ। ਉਸ ਤੋਂ ਬਾਅਦ ਨੈਕਸਟ ਪੁਆਇੰਟ ਜਿਹੜਾ ਇਹਦੇ ਬਾਰੇ ਤੁਸੀਂ ਯਾਦ ਰੱਖਣਾ ਹੈਗਾ, ਦੈਟ ਇਜ਼ ਓਕੇ, ਇਹ ਪੋਰਸ਼ਨ ਇੰਪੋਰਟੈਂਟ ਹੈ ਕਿ ਅਗਰ ਸਭ ਤੋਂ ਵੱਧ ਰਿਐਕਟਿਵ ਕੌਣ ਹੋਏਗਾ, SN2 ਦੀ ਤਰਫ ਸਭ ਤੋਂ ਵੱਧ ਰਿਐਕਟਿਵ ਕੌਣ ਹੋਏਗਾ, SN2 ਦੀ ਤਰਫ ਮਿਥਾਈਲ ਹੈਲਾਈਡ ਐਂਡ ਪ੍ਰਾਇਮਰੀ ਸੈਕੰਡਰੀ ਟਰਸ਼ਰੀ, ਬਿਲਕੁਲ ਇਹ ਸਭ ਤੋਂ ਵੱਧ ਰਿਐਕਟਿਵ ਹੋਏਗਾ। ਫਿਰ 1 ਡਿਗਰੀ, ਫਿਰ 2 ਡਿਗਰੀ, ਫਿਰ 3 ਡਿਗਰੀ।
देखो मेन ये हैगा पोर्शन OH का अटैक, OH का अटैक कितना ईजली जोड़ा हैगा OH नैगेटिव जोड़ा अटैक कर रहा है, मतलब किसी भी कंपाउंड ते अगर फास्ट उन्होंने उत्ते अटैक कर रहा है तो सब तो वध रिएक्टिव है। सब तो फास्ट अटैक इस ते होएगा, सब तो फास्ट अटैक इस ते होएगा, फिर इस दे उपर होएगा, फिर इस दे उपर ते फिर इस दे उपर। सब तो सौखा अटैक करना इस ते है, इस करके ये सब तो ज़्यादा की होंदे ने रिएक्टिव होंदे ने। तुसी याद रखना है अटैकिंग किस ते देखो हुण आ गया साडे कोल 1 डिग्री 2 डिग्री एंड 3 डिग्री। तुसी इहदे विच देखो इहदे विच कितना ईजली जो है OH अटैक कर सकता है, इहदे उपर ईजली अटैक कर सकता है। बट इहदे विच की आ गया एक साडे कोल मिथाइल ग्रुप आ गया, इहदे विच 2 मिथाइल ग्रुप आ गए, इहदे विच 3 मिथाइल ग्रुप आ गए। ज्यों ज्यों जिहड़े मिथाइल ग्रुप ने इनक्रीज हुंदे जाणगे स्टीरिक हिंड्रेंस मीनस इनक्रीज हुंदी जाएगी, तो जो OH नैगेटिव है उसनों अटैक करन दे विच प्रॉब्लम आएगी, वो उन्ना वधिया अटैक नहीं कर पाएगा। सो इस करके सब तो ईजली वो अटैक इत्थे करेगा, इस करके ये जो है इसनों आपां कहांगे मोर रिएक्टिव। नैक्सट हैगा SN1 रिएक्शन की गल कर लें, इनू यूनीमोलीक्यूलर कहा जाता है। रीजन उही है कि जो रेट है वो एक रिएक्टेंट की कॉन्सेंट्रेशन पर डिपेंड करता है। इसके रिएक्शन देखो ये इसकी रिएक्शन है, ठीक है जी। CCH3 थ्राइस 3 मिथाइल ग्रुप लगे हुए ने कार्बन के नाल, एक BR लग्या होया OH नैगेटिव है, OH नैगेटिव अटैक करेगा तो वो BR जो है वो रिमूव हो जाएगा तो प्रोडक्ट साडे कोल निकलेगा। हुण इहदे विच की है, ये फर्स्ट ऑर्डर रिएक्शन है। रीजन वही है जो मैं तुहानूं दस चुकी हाँ, ओनली 1 मॉलीक्यूल इज इनवॉल्वड, इहदे विच सिर्फ एक मॉलीक्यूल ही इनवॉल्वड हुंदा है जो रेट ऑफ रिएक्शन नूं दसदा है। बाकी जो है सच रिएक्शन कैरीड आउट इन पोलर सॉल्वेंट्स, पोलर सॉल्वेंट दे विच ये रिएक्शन नूं कैरी आउट किया जाता है, जिद्दां वाटर हो गया, अल्कोहल हो गया, एसिटिक एसिड हो गया। देखो इनू यूनीमोलीक्यूलर कहा जाता है, यूनीमोलीक्यूलर तां कहा जाता है कि जो रेट है वो एक दी कंसनट्रेशन ते डिपेंड करता है। बट इत्थे की हैगा ये 2 स्टैप्स दे विच रिएक्शन हुंदी है, 2 स्टैप्स दे विच रिएक्शन हुंदी है, ठीक है जी। फर्स्ट स्टैप की होएगा जो ये है, देखो इतों BR जिहड़ा है पहले स्टैप च BR रिमूव होएगा, इतों BR जो रिमूव हो जाएगा, इस स्टैप बहुत स्लो होएगा, इत्थे बनेगा कार्बोकैटायन। दिस इज कार्बोकैटायन बिकॉज पॉजिटिव चार्ज है ना, कार्बोकैटायन। और इसके आले दुआले 3 मिथाइल ग्रुप लगे हुए ने, दैट मीन ये बहुत स्ट्रॉन्ग बहुत रिएक्टिव, ठीक है जी, कार्बोकैटायन है और ये स्लो होएगा। सैकेंड दे विच जो यही कार्बोकैटायन होएगा इस तो असी कंटीन्यू करांगे। आ देखो ये रहा कार्बोकैटायन साडे कोल, इस ते असी OH दा OH नैगेटिव दा अटैक करवावांगे ते OH जिहड़ा है इहदे नाल रिएक्ट हो जाएगा। और ये जो रिएक्शन है ये बहुत फास्ट होएगी। जिन्ना ज़्यादा कार्बोकैटायन रिएक्टिव होएगा ना उन्नी ज़्यादा रिएक्शन की होएगी, फास्ट होएगी। फर्स्ट स्टैप सीगा स्लोएस्ट स्टैप ते ओही स्टैप नूं रेट डिटरमिनिंग स्टैप असी कहांगे। एग्जाम च आ सकदा है कि यूनीमोलीक्यूलर च रेट डिटरमिनिंग स्टैप किहड़ा हुंदा है, तो स्लोएस्ट स्टैप नूं ही रेट डिटरमिनिंग स्टैप कहांगे। 3 डिग्री जिहड़े कार्बोकैटायनस हुंदे ने वो ज़्यादा स्टेबल हुंदे ने क्योंकि उहदे आले दुआले 3 मिथाइल ग्रुप लगे हुंदे ने, वो ज़्यादा स्टेबल रहणगे एज कंपेयर टू अदर। जिन्ने ज़्यादा मिथाइल ग्रुप लगे होणगे उन्ना ज़्यादा कार्बोकैटायन की होएगा, स्टेबल होएगा तो उन्नी फास्ट जिहड़ी है रिएक्शन होएगी। इसदे विच उल्ट हुंदा, देखो 3 डिग्री SN1 की गल कर रहे हैं, 3 डिग्री जो है ज़्यादा रिएक्टिव होएगा एज कंपेयर टू 2 डिग्री एज कंपेयर टू 1 डिग्री। ओके जी, स्टेबिलिटी ऑफ कार्बोकैटायन दस्सिया सब तो ज़्यादा स्टेबल है। इस केस दे विच जो रिएक्शन है की होएगी, फास्ट होएगी। अगे तुसी देख सकते हो SN2 प्रोसीड्स विद कंप्लीट स्टीरियोकैमिकल इनवर्जन ऑफ कॉन्फिगरेशन। SN2 दे विच इनवर्जन हुंदी है बट SN1 दे विच रेसिमाइजेशन हुंदी है। हुण तुसी सोचोगे भी ये की प्रोसैस है, मीनस इहदा मीनिंग की है। सो लैट अस डिस्कस इनू थोड़ा जिहा, हजे तुहानूं समझ नहीं आएगा, पहला इहदी थ्योरी समझ लो। ये देखो इहदे विच की हैगा ऑप्टिकल एक्टिविटी एंड ऑप्टिकल आइसोमेरिज्म की गल करदे हां। सपोज ये साडे कोल एक सोर्स है जिस दे विचों कि इलैक्ट्रोमैगनैटिक वेव्स निकल रही ने, इहदे पाथ दे विच असीं रख दिता हैगा नाइकोल प्रिज्म पोलराइजर। इहदा काम होएगा कि जो सोर्स तो लाइट आ रही है उसनूं प्लेन पोलराइज मीन उसनूं पोलराइज कर देना। आ देखो लाइट की हो चुकी है, पोलराइज हो चुकी है। फिर इस दे रस्ते दे विच असीं की लगा देना, एक मतलब ट्यूब है जिहदे विच सैंपल्स कुछ सैंपल रखिया होया सी, वो सैंपल की करदा है इस लाइट नूं रोटेट कर दिंदा है, ठीक है जी। आइदर टूवर्ड राइट भी रोटेट कर सकदा है ते लैफ्ट भी रोटेट कर सकदा है। रोटेट करता देखो अल्फा डिग्री दे नाल रोटेट कर चुके, सैंपल ट्यूब प्लेसड इन द पाथ ऑफ प्लेन पोलराइज्ड लाइट। ते लास्ट ते रखिया होया सी एनालाइजर। एनालाइजर दे विचों असीं इहनूं ऑब्जर्व करदे हां, ए आई हो जांदी है,
ठीक है जी। इनू थोड़ा डिस्कस करते हैं होर ऑप्टिकली एक्टिव सबसटांसिस किहड़े हुंदे ने। ऑप्टिकली एक्टिव सबसटांसिस वो सबसटांसिस होंगे ने जो प्लेन पोलराइज्ड लाइट ਨੂੰ रोटेट करते हैं। मैं दसिया ना इत्थे कि सैंपल रखा होंगे, इत्थे सैंपल रखा होंगे, ओके जी, वो सैंपल ही है, उन्होंने सैंपल की गल कर रहे हैं असी। किहड़े किहड़े हो सकते हैं, जिद्दां लैक्टिक एसिड हो गया, टार्टरिक एसिड हो गया, ग्लूकोज हो गया, फ्रक्टोज हो गया, ठीक है जी। ये सारे ऑप्टिकली एक्टिव सबसटांसिस होंगे ने। ओके नैक्सट हैगा सॉरी एक मिनट, यस। ਤਾਂ ਇੱਥੇ ਦੇਖੋ ਕੀ ਹੈਗਾ, ਜਿਹੜੇ ਸਬਸਟਾਂਸਿਸ ਲਾਈਟ ਨੂੰ ਕਿੱਧਰ ਰੋਟੇਟ ਕਰਦੇ ਨੇ, ਟੂਵਰਡ ਦਾ ਰਾਈਟ ਕਰਦੇ ਨੇ, ਉਹਨੂੰ ਆਪਾਂ ਕੀ ਕਹਿੰਦੇ ਆ, ਡੈਕਸਟਰੋ ਰੋਟੇਟਰੀ। ਡਿਨੋਟ ਕੀਤਾ ਜਾਂਦਾ ਹੈ ਡੀ ਦੇ ਨਾਲ ਐਂਡ ਪਲੱਸ ਦੇ ਨਾਲ। ਐਗਜ਼ਾਮਪਲ ਲੈਕਟਿਕ ਐਸਿਡ, ਜਿਹੜੇ ਲੈਫਟ ਵੱਲ ਰੋਟੇਟ ਕਰ ਦਿੰਦੇ ਨੇ ਉਹਨੂੰ ਕਹਿੰਦੇ ਨੇ ਲੀਵੋ ਰੋਟੇਟਰੀ। ਉਹਨਾਂ ਨੂੰ ਕਿਹਦੇ ਨਾਲ ਡਿਨੋਟ ਕੀਤਾ ਜਾਂਦਾ, ਐਲ ਦੇ ਨਾਲ ਜਾਂ ਨੈਗੇਟਿਵ ਸਾਈਨ ਦੇ ਨਾਲ। ਓਕੇ ਜੀ, ਇਹਦੀ ਐਗਜ਼ਾਮਪਲ ਤੁਸੀਂ ਦੇਖ ਸਕਦੇ ਹੋ। ਲੈਕਟਿਕ ਐਸਿਡ ਦੀ ਐਗਜ਼ਾਮਪਲ ਪੁੱਛੀ ਜਾ ਸਕਦੀ ਹੈ ਐਗਜ਼ਾਮ ਦੇ ਵਿੱਚ ਕਿ ਲੈਕਟਿਕ ਐਸਿਡ ਜੋ ਹੈ ਕਿਸ ਦੇ ਵਿੱਚ ਆਉਂਦਾ, ਲੀਵੋ ਵੱਲ ਹੁੰਦਾ ਜਾਂ ਡੈਕਸਟਰੋ, ਤੋਂ ਤੁਸੀਂ ਆਨਸਰ ਦੇਣਾ ਡੈਕਸਟਰੋ, ਠੀਕ ਹੈ ਜੀ। ਇਹਦੀ ਐਗਜ਼ਾਮਪਲ ਤੁਸੀਂ ਦੇਖ ਲਿਓ। ਨੈਕਸਟ ਹੈਗਾ ਪੋਲੈਰੀਮੀਟਰ। ਪੋਲੈਰੀਮੀਟਰ ਦਾ ਕੀ ਕੰਮ ਹੁੰਦਾ, ਪੋਲੈਰੀਮੀਟਰ ਦਾ ਕੰਮ ਸਿੰਪਲੀ ਜੋ ਰੋਟੇਸ਼ਨ ਹੋਈ ਹੈ, ਸਪੋਜ਼ ਇਹ ਪੋਲਰਾਈਜ਼ਡ ਲਾਈਟ ਸੀ, ਇਹਦੀ ਰੋਟੇਸ਼ਨ ਇੱਧਰ ਨੂੰ ਹੋ ਗਈ ਤੇ ਅਲਫਾ ਐਂਗਲ ਬਣ ਗਿਆ। ਇਹ ਕਿੰਨਾ ਐਂਗਲ ਦੇ ਨਾਲ ਰੋਟੇਟ ਹੋ ਗਿਆ, ਇਸ ਚੀਜ਼ ਨੂੰ ਕੌਣ ਮੈਜਰ ਕਰਦਾ ਹੈ, ਪੋਲੈਰੀਮੀਟਰ। ਨੈਕਸਟ ਹੈਗਾ ਮੋਲੀਕਿਊਲਰ ਅਸਿਮਟਰੀ ਐਂਡ ਕਾਇਰੈਲਿਟੀ ਆਬਜੈਕਟਸ ਐਂਡ ਮੋਲੀਕਿਊਲ। ਦੇਖੋ ਇਹ ਕਨਸੈਪਟ ਵੀ ਬਹੁਤ ਇੰਪੋਰਟੈਂਟ ਹੈ। ਸਭ ਤੋਂ ਪਹਿਲਾਂ ਹੁੰਦਾ ਕਿ ਅਸਿਮਟਰੀ ਕਾਰਬਨ ਕੀ ਹੈ, ਵੈਰੀ ਸਿੰਪਲ। ਕਾਰਬਨ ਦੇ ਆਲੇ ਦੁਆਲੇ ਅਗਰ ਅਲੱਗ-ਅਲੱਗ ਐਟਮਸ ਕਹਿ ਸਕਦੇ ਹਾਂ, ਸੌਰੀ ਅਲੱਗ-ਅਲੱਗ ਗਰੁੱਪਸ ਲੱਗੇ ਹੋਏ ਨੇ, ਠੀਕ ਹੈ, ਡਿਫਰੈਂਟ ਗਰੁੱਪ, ਚਾਰੋਂ ਡਿਫਰੈਂਟ ਗਰੁੱਪ ਨੇ, ਤਾਂ ਉਸ ਕਾਰਬਨ ਨੂੰ ਅਸੀਂ ਅਸਿਮਟ੍ਰਿਕ ਕਾਰਬਨ ਕਹਿੰਦੇ ਹਾਂ ਤੇ ਉਹਨੂੰ ਹੀ ਅਸੀਂ ਸਟੀਰੀਓ ਸੈਂਟਰ ਵੀ ਕਹਿ ਸਕਦੇ ਹਾਂ। ਨੈਕਸਟ ਹੈਗਾ ਕਾਇਰਲ ਐਂਡ ਸੁਪਰ ਇੰਪੋਜ਼ੇਬਲ। ਇਹਦੇ ਵਿੱਚ ਕੀ ਹੁੰਦਾ, ਦੇਖੋ ਇਹ ਸੀ ਹੈਗਾ, ਠੀਕ ਹੈ, ਇੱਥੇ ਮਿਰਰ ਲੱਗਿਆ ਹੋਇਆ, ਸੀ ਦੀ ਪਿਕਚਰ ਇੱਦਾਂ ਬਣ ਜਾਂਦੀ ਹੈ। ਦੈਟ ਮੀਨ ਇਹਨੂੰ ਇਸ ਸੀ ਨੂੰ ਚੱਕ ਕੇ ਤੁਸੀਂ ਇਹਦੇ ਉੱਪਰ ਰੱਖ ਕੇ ਦੇਖੋ, ਐਜ਼ ਇਟ ਇਜ਼ ਚੱਕਣਾ, ਰੋਟੇਟ ਨਹੀਂ ਕਰਨਾ। ਐਵੇਂ ਹੀ ਚੱਕ ਕੇ ਇਹਦੇ ਉੱਪਰ ਰੱਖੋ ਤਾਂ ਕਿੱਦਾਂ ਰੱਖਿਆ ਜਾਊਗਾ, ਇਹ ਇਸ ਟਾਈਪ ਨਾਲ ਰੱਖਿਆ ਜਾਊਗਾ, ਠੀਕ ਹੈ ਨਾ। ਦੈਟ ਮੀਨ ਐਗਜ਼ੈਕਟਲੀ ਉਹਦੇ ਉੱਪਰ ਨਹੀਂ ਨਾ ਧਰਿਆ ਗਿਆ, ਜੇ ਉਹਦੇ ਉੱਪਰ ਨਹੀਂ ਅਸੀਂ ਇਹਨੂੰ ਰੱਖ ਪਾਏ, ਦੈਟ ਮੀਨ ਇਹ ਕਾਇਰਲ ਹੈ। ਯਾਦ ਰੱਖਣਾ, ਥੋੜੇ ਕਨਫਿਊਜ਼ਿੰਗ ਟਰਮਸ ਨੇ। ਇਹ ਕੀ ਹੈ, ਕਾਇਰਲ ਹੈ, ਤੇ ਜਿਹੜੇ ਕਾਇਰਲ ਹੁੰਦੇ ਇਹਨੂੰ ਅਸੀਂ ਨॉन ਸੁਪਰ ਇੰਪੋਜ਼ੇਬਲ ਕਹਾਂਗੇ ਕਿ ਉਹਦੇ ਉੱਪਰ ਐਗਜ਼ੈਕਟਲੀ ਨਹੀਂ ਪਲੇਸ ਕੀਤਾ ਜਾ ਸਕਦਾ। ਇਹ ਦੇ ਉੱਪਰ ਐਗਜ਼ੈਕਟਲੀ ਪਲੇਸ ਕੀਤਾ ਜਾ ਸਕਦਾ ਜੀ, ਇਹ ਅਕਾਇਰਲ ਹੈ, ਠੀਕ ਹੈ, ਸੁਪਰ ਇੰਪੋਜ਼ੇਬਲ ਹੈ। ਸਾਰੀ ਸਟੋਰੀ ਜਿਹੜੀ ਹੈਗੀ ਆ ਕਾਇਰਲ ਨॉन ਸੁਪਰ ਇੰਪੋਜ਼ੇਬਲ ਤੇ ਹੀ ਹੈ। ਅੱਗੇ ਹੈ ਇਹਦੀ ਐਗਜ਼ਾਮਪਲਸ, ਤੁਸੀਂ ਯਾਦ ਰੱਖ ਸਕਦੇ ਹੋ, ਲੈਕਟਿਕ ਐਸਿਡ ਹੋ ਗਿਆ, ਬਿਊਟੇਨ 2ਓਲ ਹੋ ਗਿਆ, 2 ਕਲੋਰੋਬਿਊਟੇਨ ਲੈਕਟਿਕ ਐਸਿਡ, ਇਹ ਸਾਰੀ ਐਗਜ਼ਾਮਪਲਸ ਆ ਜਾਂਦੀਆਂ ਨੇ ਕਾਇਰਲ ਦੀਆਂ। ਇੱਥੇ ਇੱਕ ਸ਼ਾਰਟ ਲਿਖਿਆ ਹੋਇਆ ਦੇਖੋ, ਅਸਿਮਟ੍ਰਿਕ ਹੋਣਗੇ ਤਾਂ ਉਹ ਕਾਇਰਲ ਹੋਣਗੇ, ਕਾਇਰਲ ਹੋਣਗੇ ਤਾਂ ਉਹ ਨॉन ਸੁਪਰ ਇੰਪੋਜ਼ੇਬਲ ਹੋਣਗੇ, ਨॉन ਸੁਪਰ ਇੰਪੋਜ਼ੇਬਲ ਹੋਣਗੇ ਤਾਂ ਉਹ ਇਨੈਂਸ਼ੀਓਮਰਸ ਹੋਣਗੇ। ਇਨੈਂਸ਼ੀਓਮਰਸ ਆਪਾਂ ਥੋੜਾ ਅੱਗੇ ਜਾ ਕੇ ਪੜ੍ਹਦੇ ਹਾਂ। ਅੱਗੇ ਹੈਗਾ ਦੇਖੋ, ਦੋ ਐਗਜ਼ਾਮਪਲਸ ਨਾਲ ਸਮਝਾਇਆ ਗਿਆ, ਦੈਟ ਇਜ਼ ਫਸਟ ਐਗਜ਼ਾਮਪਲ ਇਜ਼ ਪ੍ਰੋਪੇਨ 2ਓਲ ਐਂਡ ਬਿਊਟੇਨ 2ਓਲ। ਪ੍ਰੋਪੇਨ 2ਓਲ ਜੋ ਹੈ ਇਹਦੇ ਵਿੱਚ ਕੀ ਹੁੰਦਾ, ਡਾਇਗਰਾਮ ਬਣਾ ਕੇ ਤੁਸੀਂ ਦੇਖ ਸਕਦੇ ਹੋ, ਨੀਚੇ ਹੈ ਵੈਸੇ ਡਾਇਗਰਾਮ। ਇਹਦੇ ਵਿੱਚ ਕੀ ਹੈ, ਇਹ ਅਸਿਮਟ੍ਰਿਕ ਨਹੀਂ ਹੈਗਾ, ਅਸਿਮਟ੍ਰਿਕ ਨਹੀਂ ਹੈਗਾ, ਇਹ ਅਸਿਮਟ੍ਰਿਕ ਹੈਗਾ। ਜੇ ਇਹ ਅਸਿਮਟ੍ਰਿਕ ਨਹੀਂ ਹੈਗਾ ਤਾਂ ਇਹ ਅਕਾਇਰਲ ਹੋਏਗਾ, ਠੀਕ ਹੈ। ਅਕਾਇਰਲ ਮੀਨ ਪਲੇਸ ਕੀਤਾ ਜਾ ਸਕਦਾ ਹੈ, ਇਹ ਕਾਇਰਲ ਹੋਏਗਾ, ਠੀਕ ਹੈ ਜੀ। ਇਹਨੂੰ ਦੇਖੋ ਡਾਇਗਰਾਮ ਦੇ ਵਿੱਚ ਦੇਖੋ, ਜੇ ਇਹ ਅਕਾਇਰਲ ਹੋਏਗਾ ਤਾਂ ਸੁਪਰ ਇੰਪੋਜ਼ੇਬਲ ਹੋਏਗਾ। ਸੁਪਰ ਇੰਪੋਜ਼ੇਬਲ ਮੀਨ ਅਸੀਂ ਡਾਇਗਰਾਮ ਨੂੰ ਉਹਦੇ ਉੱਪਰ ਪਲੇਸ ਕਰੀਏ ਤਾਂ ਐਗਜ਼ੈਕਟ ਸਿਮਿਲਰ ਨਜ਼ਰ ਆਏਗੀ। ਆ ਤੁਸੀਂ ਡਾਇਗਰਾਮ ਦੇਖ ਸਕਦੇ ਹੋ, ਦੇਖੋ ਇਹ ਅਸਿਮਟ੍ਰਿਕ ਕਿਉਂ ਨਹੀਂ ਹੈਗਾ, ਦੇਖੋ ਸੇਮ ਗਰੁੱਪ ਲੱਗੇ ਹੋਏ ਨੇ, ਇਸ ਕਰਕੇ ਇਹਨੂੰ ਅਸੀਂ ਅਸਿਮਟ੍ਰਿਕ ਨਹੀਂ ਕਹਿ ਸਕਦੇ, ਠੀਕ ਹੈ ਜੀ। ਮਿਰਰ ਦੇ ਵਿੱਚ ਇਹਦੀ ਇਮੇਜ ਇੱਦਾਂ ਬਣੇਗੀ, ਇਹਨੂੰ 180 ਤੇ ਰੋਟੇਟ ਕਰਕੇ ਦੇਖੋ ਤਾਂ ਇਹ ਇੱਦਾਂ ਬਣੂਗਾ, ਤੇ ਇਹਨੂੰ ਇਸ ਡਾਇਗਰਾਮ ਨੂੰ ਇਹਦੇ ਉੱਪਰ ਪਲੇਸ ਕਰੋ, ਇਹਦੇ ਉੱਪਰ ਪਲੇਸ ਕਰਕੇ ਦੇਖੋ ਐਗਜ਼ੈਕਟ ਪਲੇਸ ਹੋ ਰਿਹਾ, ਸੋ ਦੈਟ ਮੀਨ ਇਹਨੂੰ ਅਸੀਂ ਕੀ ਕਹਾਂਗੇ, ਦਿਸ ਇਜ਼ ਸੁਪਰ ਇੰਪੋਜ਼ੇਬਲ, ਇਹ ਸੁਪਰ ਇੰਪੋਜ਼ੇਬਲ ਆ ਜਾਂਦਾ ਹੈ। ਅੱਗੇ ਹੈਗਾ ਨॉन ਸੁਪਰ ਇੰਪੋਜ਼ੇਬਲ। ਇਹ ਵਾਲੀ ਡਾਇਗਰਾਮ ਕਲੀਅਰ ਕਰ ਲਓ। ਪਹਿਲੀ ਗੱਲ, ਕਾਰਬਨ ਨੂੰ ਦੇਖੋ ਤੁਸੀਂ, ਕਾਰਬਨ ਕਿੱਦਾਂ ਦਾ ਨਜ਼ਰ ਆ ਰਿਹਾ ਤੁਹਾਨੂੰ, ਦੈਟ ਇਜ਼ ਅਲੱਗ-ਅਲੱਗ ਗਰੁੱਪ ਨਜ਼ਰ ਆ ਰਹੇ ਨੇ, ਠੀਕ ਹੈ ਜੀ। ਇਸ ਕਰਕੇ ਇਹ ਕੀ ਹੈ, ਅਸਿਮਟ੍ਰਿਕ ਹੈਗਾ। ਤੇ ਇਹਦੀ ਇਮੇਜ ਦੇਖੋ, ਇਮੇਜ ਬਿਲਕੁਲ ਉਸਦੇ ਉਲਟ ਬਣ ਰਹੀ ਆ। ਤੇ ਉਸ ਤੋਂ ਬਾਅਦ ਇਹਨੂੰ ਰੋਟੇਟ ਕਰੋ 180 ਡਿਗਰੀ ਤੇ ਰੋਟੇਟ ਹੋ ਕੇ ਇਦਾਂ ਦੀ ਜਿਹੜੀ ਹੈ ਸਟਰਕਚਰ ਦੇਗਾ। ਜਦੋਂ ਤੁਸੀਂ ਇਹਨੂੰ ਇਹਦੇ ਉੱਪਰ ਪਲੇਸ ਕਰਕੇ ਦੇਖੋਗੇ, ਇਹ ਵਾਲੀ ਡਾਇਗਰਾਮ ਨੂੰ ਇਹਦੇ ਉੱਪਰ ਪਲੇਸ ਕਰੋਗੇ ਤਾਂ ਐਗਜ਼ੈਕਟ ਪਲੇਸ ਨਹੀਂ ਹੋਊਗਾ, ਸੋ ਇਸ ਕਰਕੇ ਅਸੀਂ ਕਹਾਂਗੇ ਕਿ ਇਹ ਕੀ ਹੈ, ਸੁਪਰ ਇੰਪੋਜ਼ੇਬਲ। ਅੱਗੇ ਆ ਗਿਆ ਇਨੈਂਸ਼ੀਓਮਰਸ। ਇਨੈਂਸ਼ੀਓਮਰਸ ਦੇਖੋ, ਇਨੈਂਸ਼ੀਓਮਰ ਦੇਖੋ ਕੀ ਹੁੰਦਾ, ਸਪੋਜ਼ ਇਹ ਇੱਕ ਕਾਰਬਨ ਹੈ, ਕਾਰਬਨ ਦੇ ਆਲੇ ਦੁਆਲੇ ਅਲੱਗ-ਅਲੱਗ ਗਰੁੱਪਸ ਲੱਗੇ ਹੋਏ ਨੇ, ਮਿਰਰ ਲੱਗਿਆ ਹੋਇਆ ਤੇ ਅਲੱਗ-ਅਲੱਗ ਗਰੁੱਪਸ ਇਹਦੀ ਇਮੇਜ ਬਣਾ ਰਹੇ ਨੇ।
ਜੇਕਰ ਤੁਸੀਂ ਇਸ ਵਾਲੀ ਡਾਇਗਰਾਮ ਨੂੰ ਇਹਦੇ ਉੱਤੇ ਪਲੇਸ ਕਰਦੇ ਹੋ ਤਾਂ ਪਲੇਸ ਨਹੀਂ ਹੋ ਪਾਏਗੀ ਐਗਜ਼ੈਕਟ ਉਹਦੇ ਉੱਪਰ। ਸੋ ਇਸ ਤਰੀਕੇ ਦੇ ਅਸੀਂ ਕਹਾਂਗੇ ਕਿ ਦੋਨੋਂ ਕੀ ਨੇ, ਆਈਸੋਮਰਸ ਨੇ, ਇੱਕ ਦੂਜੇ ਦੇ ਉੱਪਰ ਪਲੇਸ ਨਹੀਂ ਹੋ ਸਕਦੇ, ਐਗਜ਼ੈਕਟ ਸਿਮਿਲਰ ਨਹੀਂ ਬਣ ਸਕਦੇ, ਤਾਂ ਇਹਨਾਂ ਨੂੰ ਇਨੈਂਸ਼ੀਓਮਰਸ ਕਿਹਾ ਜਾਂਦਾ ਹੈ। ਅੱਗੇ ਆ ਜਾਂਦਾ ਪਲੇਨ ਆਫ ਸਿਮਿਟਰੀ। ਪਲੇਨ ਆਫ ਸਿਮਿਟਰੀ ਦਾ ਕਨਸੈਪਟ ਕੀ ਹੈ? ਸਪੋਜ਼ ਮੇਰੇ ਪਾਸ ਕੀ ਹੈ, ਪਲੇਨ ਆਫ ਸਿਮਿਟਰੀ ਨੂੰ ਸਿਗਮਾ ਪਲੇਨ ਵੀ ਕਿਹਾ ਜਾਂਦਾ ਹੈਗਾ। ਐਗਜ਼ਾਮਪਲ ਦੇ ਨਾਲ ਸਮਝਦੇ ਹਾਂ ਆਪਾਂ। ਕਾਇਰਲ ਮੋਲੀਕਿਊਲ ਹੁੰਦਾ, ਇੱਕ ਅਕਾਇਰਲ ਮੋਲੀਕਿਊਲ ਹੁੰਦਾ। ਕਾਇਰਲ ਮੀਨਸ ਬਿਊਟੇਨ 2ol ਐਂਡ ਅਕਾਇਰਲ ਮੀਨ ਇਥੇਨॉल। ਆ ਦੇਖੋ ਇਹਨਾਂ ਦੀ ਸਟਰਕਚਰ ਹੈ, ਬਿਊਟੇਨ 2ol ਦੀ ਸਟਰਕਚਰ ਇਹ ਵਾਲੀ ਹੈ। ਜੇਕਰ ਮੈਂ ਇੱਥੇ ਕੋਈ ਪਲੇਨ ਰੱਖਦਾ, ਤੁਸੀਂ ਦੇਖੋ ਇੱਧਰ ਵਾਲੀ ਜਿਹੜੀ ਸਟਰਕਚਰ ਹੈ ਜਾਂ ਇੱਧਰ ਗਰੁੱਪ ਹੈ, ਉਹ ਇੱਧਰ ਵਾਲੀ ਗਰੁੱਪ ਨਾਲ ਮੈਚ ਨਹੀਂ ਕਰ ਰਿਹਾ। ਸੋ ਆਪਾਂ ਕਹਾਂਗੇ ਇਸ ਦੇ ਕੋਲੇ ਪਲੇਨ ਆਫ ਸਿਮਿਟਰੀ ਨਹੀਂ ਹੈਗਾ। ਅਗਰ ਦੇਖੋ ਇਹਨੂੰ ਅਸੀਂ ਇੱਥੇ ਪਲੇਨ ਲਗਾ ਦਈਏ ਤੇ ਇੱਧਰ ਜਿਹੜਾ ਗਰੁੱਪ ਹੈ ਇੱਧਰ ਸਿਮਿਲਰ ਨਜ਼ਰ ਆ ਰਿਹਾ ਹੈ, ਤਾਂ ਆਪਾਂ ਕਹਾਂਗੇ ਇਹਦੇ ਕੋਲੇ ਪਲੇਨ ਆਫ ਸਿਮਿਟਰੀ ਹੈਗੀ ਆ। ਸੋ ਦਿਸ ਇਜ਼ ਆਲ ਅਬਾਊਟ ਪਲੇਨ ਆਫ ਸਿਮਿਟਰੀ ਐਂਡ ਇਸ ਨੂੰ ਅਸੀਂ ਕਹਾਂਗੇ ਡਿਸਸਿਮਿਟਰਿਕ ਹੈ ਐਂਡ ਇਸ ਨੂੰ ਅਸੀਂ ਕਹਾਂਗੇ ਸਿਮਿਟਰਿਕ ਹੈ। ਨੈਕਸਟ ਹੈਗਾ ਰੈਸਿਮਿਕ ਮਿਕਸਚਰ ਕੀ ਹੁੰਦਾ ਤੇ ਰੈਸਿਮਾਈਜੇਸ਼ਨ ਕੀ ਹੁੰਦਾ। ਅਸੀਂ ਪੜ੍ਹਿਆ ਸੀ ਕਿ ਡੈਕਸਟਰੋ ਤੇ ਲੀਵੋ ਫਾਰਮਸ ਬਣਦੀਆਂ ਨੇ। ਅਗਰ ਡੀ ਨੂੰ ਤੇ ਐਲ ਨੂੰ ਤੁਸੀਂ ਐਡ ਕਰ ਦੋ ਤਾਂ ਤੁਹਾਡੇ ਕੋਲੇ ਡੀਐਲ ਫਾਰਮ ਬਣੇਗੀ। ਡੀਐਲ ਫਾਰਮ ਜਿਹੜੀ ਬਣ ਗਈ, ਇਸ ਨੂੰ ਰੈਸਿਮਿਕ ਮਿਕਸਚਰ ਕਿਹਾ ਜਾਂਦਾ ਹੈ। ਦਿਸ ਇਜ਼ ਰੈਸਿਮਿਕ ਮਿਕਸਚਰ ਐਂਡ ਇਸ ਪ੍ਰੋਸੈਸ ਨੂੰ ਕੀ ਕਿਹਾ ਜਾਂਦਾ ਹੈ? ਰੈਸਿਮਾਈਜੇਸ਼ਨ। ਇਸ ਪ੍ਰੋਸੈਸ ਨੂੰ ਕੀ ਕਿਹਾ ਜਾਂਦਾ ਹੈ? ਰੈਸਿਮਾਈਜੇਸ਼ਨ। ਵੈਰੀ ਸਿੰਪਲ। ਜਦੋਂ ਲੈਫਟ ਤੇ ਰਾਈਟ ਦੋਨੋਂ ਜਾਂ ਲੀਵੋ ਜਾਂ ਡੈਕਸਟਰੋ ਇਕੱਠੇ ਹੀ ਹੋ ਗਏ, ਮਿਕਸਚਰ ਹੀ ਬਣ ਗਿਆ, ਤਾਂ ਉਹਦੀ ਆਪਟੀਕਲ ਰੋਟੇਸ਼ਨ ਕੁਝ ਵੀ ਨਹੀਂ ਹੋਏਗੀ, ਦੈਟ ਇਜ਼ 0। ਇਹ ਤੁਸੀਂ ਲਰਨ ਕਰਨਾ ਹੈਗਾ। ਤੁਹਾਨੂੰ ਆਪਟੀਕਲ ਰੋਟੇਸ਼ਨ ਪੁੱਛੀ ਜਾ ਸਕਦੀ ਹੈ ਰੈਸਿਮਿਕ ਮਿਕਸਚਰ ਦੀ, ਤਾਂ ਉੱਥੇ ਆਪਸ਼ਨ ਆ ਸਕਦਾ, ਤਾਂ ਤੁਸੀਂ 0 ਜਿਹੜਾ ਹੈ ਕਰੈਕਟ ਕਰਨਾ। ਅੱਗੇ ਹੈਗਾ ਰੈਜ਼ੋਲਿਊਸ਼ਨ। ਰੈਜ਼ੋਲਿਊਸ਼ਨ ਦੇ ਵਿੱਚ ਕੀ ਹੁੰਦਾ? ਦੇਖੋ ਡੀਐਲ ਫਾਰਮ ਜਿਹੜੀ ਹੈ, ਹੁਣ ਉਹਨੂੰ ਤੁਸੀਂ ਬ੍ਰੇਕ ਕਰ ਦੇਣਾ, ਡੀਐਲ ਫਾਰਮ 'ਚ ਅਲੱਗ-ਅਲੱਗ ਬ੍ਰੇਕ ਕਰ ਦੇਣਾ। ਸੋ ਜਿਹੜੀ ਬ੍ਰੇਕੇਜ ਹੈਗੀ ਹੈ ਉਹਨੂੰ ਰੈਜ਼ੋਲਿਊਸ਼ਨ ਕਿਹਾ ਜਾਂਦਾ ਹੈ। ਉਹਦਾ ਉਲਟ ਹੈ ਜਮਾ, ਠੀਕ ਹੈ ਜੀ, ਇਹਨੂੰ ਰੈਜ਼ੋਲਿਊਸ਼ਨ ਕਿਹਾ ਜਾਂਦਾ ਹੈ। ਅੱਗੇ ਹੈਗਾ ਰਿਟੈਂਸ਼ਨ। ਰਿਟੈਂਸ਼ਨ ਵੀ ਬਹੁਤ ਸਿੰਪਲ ਆ, ਦੇਖ ਸਕਦੇ ਹੋ ਤੁਸੀਂ, ਅਸਿਮੈਟ੍ਰਿਕ ਕਾਰਬਨ ਹੈ। ਰਿਟੈਂਸ਼ਨ ਨੂੰ ਕੀ ਕਹਿੰਦੇ ਨੇ? ਅਗਰ ਕਿਸੇ ਕਾਰਬਨ ਦੀ ਕੌਨਫੀਗਰੇਸ਼ਨ ਚੇਂਜ ਨਾ ਹੋਵੇ, ਸਪੋਜ਼ ਤੁਸੀਂ ਡੀ ਨੂੰ ਹਟਾ ਕੇ ਇੱਥੇ ਈ ਲਾਉਣਾ ਚਾਹੁੰਦੇ ਹੋ, ਲਗਾ ਦਿਓ, ਲੱਗ ਗਿਆ, ਬਟ ਕੌਨਫੀਗਰੇਸ਼ਨ ਦੇ ਵਿੱਚ ਕੋਈ ਚੇਂਜ ਨਹੀਂ ਆਈ, ਅਸੀਂ ਇਸ ਕਰਕੇ ਕਹਾਂਗੇ ਕਿਹੜਾ ਪ੍ਰੋਸੈਸ ਹੈ? ਦਿਸ ਇਜ਼ ਰਿਟੈਂਸ਼ਨ। ਤੁਸੀਂ ਦੇਖ ਸਕਦੇ ਹੋ ਆਹ ਇੱਕ ਕੋਈ ਕੰਪਾਊਂਡ ਹੈ, HCl ਐਡ ਕੀਤਾ, ਇੱਥੇ ਬ੍ਰੇਕੇਜ ਹੋ ਗਈ, ਬਟ ਇਸ ਕੰਪਾਊਂਡ ਨੂੰ ਕੋਈ ਫਰਕ ਨਹੀਂ ਪਿਆ, ਇਸ ਕਰਕੇ ਇੱਥੇ ਕੀ ਰਹੀ? ਰਿਟੈਂਸ਼ਨ। ਇਨਵਰਜਨ ਕੀ ਹੁੰਦਾ? ਇਨਵਰਜਨ ਦੇ ਵਿੱਚ ਹੁੰਦਾ, ਸਪੋਜ਼ ਇਹ ਕੋਈ ਕੰਪਾਊਂਡ ਹੈ, ਕੋਈ ਚੀਜ਼ ਤੁਸੀਂ ਇਹ 'ਚ ਐਡ ਕਰ ਰਹੇ ਹੋ, ਇਹ ਸਾਰੇ ਦਾ ਸਾਰਾ ਕੰਪਾਊਂਡ ਦੇਖੋ ਰਾਈਟ ਵੱਲ ਸੀਗਾ, ਲੈਫਟ ਵੱਲ ਨੂੰ ਹੋ ਗਿਆ, ਠੀਕ ਹੈ ਜੀ, ਲੈਫਟ ਵੱਲ ਹੋ ਗਿਆ। ਸੋ ਇਹਨੂੰ ਕਹਾਂਗੇ ਇਨਵਰਜਨ। ਸੋ ਹੁਣ ਤੁਸੀਂ ਸਮਝ ਸਕਦੇ ਹੋ ਕਿ ਅਸੀਂ ਕਿਉਂ ਕਿਹਾ ਸੀਗਾ ਕਿ SN2 ਜਿਹੜੀ ਰਿਐਕਸ਼ਨ ਹੁੰਦੀ ਹੈ ਉਹ ਇਨਵਰਜਨ 'ਚ ਆਉਂਦੀ ਹੈ, ਠੀਕ ਹੈ ਜੀ। ਦੇਖੋ ਇਹ ਸਾਰੀ ਚੀਜ਼ ਇੱਧਰ ਹੁੰਦੀ ਹੈ, ਜਦੋਂ OH ਇਸ 'ਤੇ ਅਟੈਕ ਕਰਦਾ ਤੇ ਸਾਰੀ ਚੀਜ਼ ਜਿਹੜੀ ਹੈ ਮੂਵ ਇੱਧਰ ਹੋ ਜਾਂਦੀ ਹੈ। ਮੀਨਸ ਇਹ BR ਜੋ ਹੈ ਇੱਧਰ ਚਲਾ ਜਾਏਗਾ, ਤਾਂ ਇਹ ਸਾਰੀ ਚੀਜ਼ ਇੱਥੇ ਥੋੜਾ ਕਰੈਕਟ ਕਰ ਲਿਓ। C6H जो है 12 यहाँ पे आ जाएगा एंड CH3 यहाँ पे, मतलब इन्वर्जन होएगी, ठीक है जी। ਸਟੀਰੀਓਕੈਮੀਕਲ ਆਸਪੈਕਟਸ ਆਫ SN1 ਦੇ ਵਿੱਚ ਰੈਸਿਮਾਈਜੇਸ਼ਨ ਹੁੰਦੀ ਹੈ, ਇਹ ਵੀ ਯਾਦ ਰੱਖਣਾ ਹੈ। SN1 ਦੇ ਵਿੱਚ ਰੈਸਿਮਾਈਜੇਸ਼ਨ ਹੁੰਦੀ ਹੈ, SN2 ਦੇ ਵਿੱਚ ਹੁੰਦੀ ਹੈ ਇਨਵਰਜਨ, SN1 ਦੇ ਵਿੱਚ ਹੁੰਦੀ ਹੈ ਰੈਸਿਮਾਈਜੇਸ਼ਨ। ਹਾਊ? ਦੇਖੋ ਅਨੇ ਪੜ੍ਹਿਆ ਕਿ ਜੋ SN1 ਹੁੰਦਾ 2 ਸਟੈਪਸ ਦੇ ਵਿੱਚ ਹੁੰਦਾ। ਪਹਿਲਾ ਸਟੈਪ ਦੇਖੋ ਕੀ ਬਣ ਜਾਂਦਾ ਹੈ? ਕਾਰਬੋਕੇਟਾਇਨ। ਸਪੋਜ਼ ਸਾਡਾ ਕਾਰਬੋਕੇਟਾਇਨ ਬਣ ਗਿਆ। ਹੁਣ ਕਾਰਬੋਕੇਟਾਇਨ ਤੇ ਦੋਨੋਂ ਤਰ੍ਹਾਂ ਤੋਂ ਅਟੈਕ ਕਰਵਾ ਕੇ ਦੇਖੋ, ਫਰੰਟ ਅਟੈਕ ਤੇ ਰੇਅਰ ਅਟੈਕ। ਜਦੋਂ ਫਰੰਟ ਅਟੈਕ ਕਰਵਾਉਂਦੇ ਆ ਤਾਂ ਸਾਡੇ ਕੋਲੇ ਕਿਹੜਾ ਕੰਪਾਊਂਡ ਤਿਆਰ ਹੁੰਦਾ? ਇਹ ਵਾਲਾ ਕੰਪਾਊਂਡ ਤਿਆਰ ਹੁੰਦਾ। ਜਦੋਂ ਪਿੱਛੋਂ ਅਟੈਕ ਕਰਵਾਉਂਦੇ ਆ ਤਾਂ ਇਹ ਕੰਪਾਊਂਡ ਤਿਆਰ ਹੁੰਦਾ। ਦੈਟ ਮੀਨ ਇਹ ਤਾਂ ਦੋਨੋਂ ਲੀਵੋ ਤੇ ਕੀ ਨੇਗੇ? ਲੀਵੋ ਤੇ ਡੈਕਸਟਰੋ ਨੇ। ਮਿਕਸਚਰ ਬਣ ਗਿਆ ਤਾਂ ਦਿਸ ਇਜ਼ ਵਾਟ, ਇਹ ਤਾਂ ਮਿਕਸਚਰ ਬਣ ਗਿਆ। ਸੋ ਜੇ ਮਿਕਸਚਰ ਬਣ ਗਿਆ, ਇਹ ਕੀ ਬਣ ਜਾਂਦਾ ਸਾਡੇ ਕੋਲੇ? ਦਿਸ ਇਜ਼ ਰੈਸਿਮਾਈਜੇਸ਼ਨ, ਠੀਕ ਹੈ ਜੀ। ਸੋ ਇਹਨਾਂ ਨੂੰ ਅਸੀਂ ਕਾਇਰਲ ਕਹਾਂਗੇ, ਨॉन ਸੁਪਰ ਇੰਪੋਜ਼ੇਬਲ ਹੁੰਦੇ ਨੇ, ਇਨੈਂਸ਼ੀਓਮਰ, ਆਪਟੀਕਲੀ ਐਕਟਿਵ। ਸੋ ਇਹ ਸੀਗਾ ਪਾਰਟ ਨੰਬਰ 2। ਹੁਣ ਅਸੀਂ ਕੁਐਸਚਨਸ ਜਿਹੜੇ ਨੇ ਸੋਲਵ ਕਰਕੇ ਦੇਖਦੇ ਹਾਂ ਆਪਣੇ, ਜੋ ਐਗਜ਼ਾਮ ਦੇ ਵਿੱਚ ਕੁਐਸਚਨ ਆਇਆ ਹੋਇਆ ਹੈ। ਜੇਕਰ ਤੁਸੀਂ ਪੂਰਾ ਕੰਸਨਟਰੇਟ ਹੋ ਕੇ ਸੁਣਿਆ ਤਾਂ ਤੁਸੀਂ ਕੋਈ ਵੀ ਕੁਐਸਚਨ ਜਿਹੜਾ ਹੈਗਾ ਹੁਣ ਅਟੈਂਪਟ ਕਰ ਸਕਦੇ ਹੋ। ਇਹ ਲੈਕਚਰ ਜਿਹੜਾ ਲੈਂਦੀ ਜ਼ਰੂਰ ਹੈ, ਆਈ ਨੋ ਮੈਂ ਘੱਟ ਟਾਈਮ ਦੇ ਵਿੱਚ ਜ਼ਿਆਦਾ ਪੋਰਸ਼ਨ ਕਵਰ ਕਰਨਾ, ਤਾਂ ਇਹਦੇ ਵਿੱਚ ਤੁਸੀਂ ਥੋੜ੍ਹਾ ਕੰਸਨਟਰੇਟ ਹੋ ਕੇ ਸਾਰੀਆਂ ਚੀਜ਼ਾਂ ਨੂੰ ਜਿਹੜਾ ਸੁਣਨਾ, ਆਰਾਮ ਨਾਲ ਸੁਣਨਾ, ਆਰਾਮ ਨਾਲ ਕੰਸਨਟਰੇਟ ਹੋ ਕੇ ਕਲੀਅਰ ਕਰਨੀਆਂ ਨੇ ਸਾਰੀਆਂ ਚੀਜ਼ਾਂ। ਹੁਣ ਦੇਖੋ ਪੜ੍ਹ ਕੇ, ਇਹ ਕੁਐਸਚਨ ਬਹੁਤ ਈਜ਼ੀ ਆਇਆ ਹੋਇਆ ਸੀ ਐਕਚੁਅਲੀ। ਵਿਚ ਆਫ ਦ ਫੋਲੋਇੰਗ ਅਲਕਾਈਲ ਹੈਲਾਈਡਸ ਵਿਚ ਗਿਵ ਹਾਈ ਯੀਲਡ ਸਬਸਟੀਟਿਊਸ਼ਨ ਪ੍ਰੋਡਕਟਸ ਅੰਡਰ ਬਾਇਓਮੋਲੀਕੂਲਰ। ਬਾਇਓਮੋਲੀਕੂਲਰ ਦੀ ਗੱਲ ਹੋ ਰਹੀ ਹੈ, ਦੈਟ ਮੀਨ SN2 ਦੀ ਗੱਲ ਹੋ ਰਹੀ ਹੈ,
ਠੀਕ ਹੈ ਜੀ। SN2 ਦੇ ਵਿੱਚ ਕੀ ਦੇਖਿਆ ਜਾਂਦਾ ਹੈ? ਸਟੈਰਿਕ ਹਿੰਡਰੈਂਸ। ਸਟੈਰਿਕ ਹਿੰਡਰੈਂਸ ਤੁਸੀਂ ਖੁਦ ਦੇਖੋ ਕਿ ਕਿਸ ਦੇ ਵਿੱਚ ਜ਼ਿਆਦਾ ਹੋਏਗੀ। ਇਹਦੇ ਵਿੱਚ ਦੇਖੋ ਐਲਕਾਈਲ ਗਰੁੱਪ ਲੱਗਿਆ, ਇਹਦੇ ਵਿੱਚ ਐਲਕਾਈਲ ਗਰੁੱਪ ਲੱਗੇ ਆ, ਇਹਦੇ ਵਿੱਚ 2 ਐਲਕਾਈਲ ਗਰੁੱਪ ਲੱਗੇ ਨੇ, ਤਾਂ ਜਿਹੜਾ ਨਿਊਕਲੀਓਫਾਈਲ ਹੈ ਉਸਨੂੰ ਅਟੈਕ ਕਰਨਾ ਸਭ ਤੋਂ ਸੌਖਾ ਇਸ ਕੰਪਾਊਂਡ ਤੇ ਰਹੇਗਾ। OH ਨੈਗੇਟਿਵ ਨੂੰ ਅਟੈਕ ਕਰਨਾ ਇਸ ਤੇ ਈਜ਼ੀ ਰਹੇਗਾ। ਸੋ ਇਹਦਾ ਕਰੈਕਟ ਆਨਸਰ ਆ ਜਾਊਗਾ A। ਓਕੇ ਜੀ। ਸੋ ਇਹ ਮੇਨ SN2 ਦੇ ਉੱਤੇ ਬੇਸਡ ਸੀਗਾ। ਸੋ ਇਹ ਕੁਐਸਚਨ ਜਿਹੜੇ ਨੇ, ਇਹ ਵਾਲੇ ਕੁਐਸਚਨ ਹੁਣ ਤੁਸੀਂ ਖੁਦ ਟਰਾਈ ਕਰਨੇ ਨੇ। ਅਗਰ ਕੋਈ ਪ੍ਰੋਬਲਮ ਤੁਹਾਨੂੰ ਲੱਗਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ, ਮੈਂ ਤੁਹਾਡਾ ਆਨਸਰ ਉੱਥੇ ਦੇ ਦਾਂਗੀ। ਇਹਨਾਂ ਨੂੰ ਟਰਾਈ ਕਰੋ, ਇਹ ਬਹੁਤ ਇੰਪੋਰਟੈਂਟ ਨੇ, ਉਸ ਬੇਸ ਦੀ ਕੁਐਸਚਨ ਬਣਾਏ ਗਏ ਨੇ ਸੋ ਦੈਟ ਤੁਸੀਂ ਪ੍ਰੈਕਟਿਸ ਕਰ ਸਕੋ। ਤੁਹਾਨੂੰ ਜਿਹੜਾ ਹੈ ਐਗਜ਼ਾਮ ਦੇ ਵਿੱਚ ਅਗਰ ਦੁਬਾਰਾ SN1 ਤੇ SN2 ਦਾ ਪੋਰਸ਼ਨ ਰਿਵਾਈਜ਼ ਹੁੰਦਾ ਤਾਂ ਤੁਸੀਂ ਕਰ ਸਕਦੇ ਹੋ ਅਟੈਂਪਟ। ਮੀਨਸ ਜਿਵੇਂ ਇੱਦਾਂ ਦਾ ਕੁਐਸਚਨ ਆ ਸਕਦਾ ਹੈ ਕਿ ਇਹਦੇ ਵਿੱਚ SN2 ਕਿਹਦੇ ਵਿੱਚ ਫਾਸਟ ਹੋਏਗੀ, ਇਸ ਦੇ ਵਿੱਚ ਕਿਹਦੇ ਵਿੱਚ ਫਾਸਟ ਹੋਏਗੀ, ਇਸ ਦੇ ਵਿੱਚ ਫਾਸਟ ਹੋਏਗੀ, ਕਿਉਂਕਿ I ਇਜ਼ ਦਾ ਬੈਸਟ ਲਿਵਿੰਗ ਗਰੁੱਪ, ਇਹ ਜਲਦੀ ਜਾ ਸਕਦਾ ਇੱਥੋਂ। ਠੀਕ ਹੈ ਜੀ, ਤਾਂ ਇਸ ਦੇ ਵਿੱਚ ਹੋਏਗੀ। ਇਹ ਸਾਰੇ ਕੁਐਸਚਨ ਤੁਸੀਂ ਟਰਾਈ ਕਰ ਲੈਣੇ ਨੇ। ਠੀਕ ਹੈ ਜੀ। ਥੈਂਕ ਯੂ ਵੈਰੀ ਮੱਚ। ਅਗਰ ਤੁਹਾਨੂੰ ਸੈਸ਼ਨ ਜਾਂ ਇਹ ਲੈਕਚਰ ਪਸੰਦ ਆਇਆ ਹੋਵੇ ਤਾਂ ਜ਼ਰੂਰ ਤੁਸੀਂ ਲਾਈਕ ਕਰੋ, ਸ਼ੇਅਰ ਕਰੋ। ਠੀਕ ਹੈ ਜੀ। ਥੈਂਕ ਯੂ ਸਟੂਡੈਂਟਸ, ਥੈਂਕ ਯੂ ਅ ਲੋਟ।